ਬ੍ਰਿਜਸ ਤੇ ਵੀ ਕੋਈ ਡਿਲੇਸ ਨਹੀਂ ਮਿਲਣਗੇ। ਆਇਰਨ ਵਰਕਰਸ ਮੈਮੋਰੀਅਲ ਬ੍ਰਿਜ ਵੀ ਇਸ ਸਮੇਂ ਸਮੂਥ ਚੱਲ ਰਿਹਾ ਹੈ ਅਤੇ ਨਾ ਹੀ ਸਰੀ ਤੋਂ ਐਬਟਸਫੋਰਡ ਜਾਂ ਐਬਟਸਫੋਰਡ ਤੋਂ ਸਰੀ ਵੱਲ ਜਾਂਦੇ ਹੋਏ ਵੀ ਕੋਈ ਡਿਲੇਸ ਨਹੀਂ। ਪੀਸਾਜ ਬਾਰਡਰ, ਪੈਸੀਫਿਕ ਬਾਰਡਰ, ਆਰਡਰ ਗਰੁੱਪ ਬਾਰਡਰ, ਸਮਿਸ ਬਾਰਡਰ ਤੇ 5 ਮਿੰਟ ਦੀ ਵੇਟ ਹੈ ਸਾਊਥ ਬਾਉਂਡ ਦੇ ਲਈ। ਅੱਜ ਦਿਨ ਦਾ ਤਾਪਮਾਨ ਇਸ ਵੇਲੇ 8 ਡਿਗਰੀ ਸੈਲਸੀਅਸ, ਰਾਤ ਦਾ ਤਾਪਮਾਨ 7 ਡਿਗਰੀ ਸੈਲਸੀਅਸ ਹੋਵੇਗਾ ਅਤੇ ਕੱਲ ਦਿਨ ਦਾ ਤਾਪਮਾਨ ਵੱਧ ਤੋਂ ਵੱਧ 9 ਡਿਗਰੀ ਸੈਲਸੀਅਸ ਪੈਣ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ 100% ਹੈ, ਜੋ ਕਿ ਅੱਜ ਦੁਪਹਿਰ ਤੋਂ ਹੀ ਸ਼ੁਰੂ ਹੋ ਜਾਵੇਗਾ। ਮੈਟਰੋ ਵੈਨਕੂਵਰ ਦੇ ਸ਼ਹਿਰ ਖਾਸੇ ਪ੍ਰਭਾਵਿਤ ਹੋਣਗੇ, ਇਸ ਕਰਕੇ ਧਿਆਨ ਨਾਲ ਡਰਾਈਵ ਕਰੋ। ਅੱਜ ਦਾ ਟ੍ਰੈਫਿਕ ਅਪਡੇਟ ਇੱਥੇ ਤੱਕ ਹੀ। ਤਦ ਤੱਕ ਦੇ ਲਈ ਪਰਮੀਤ ਕਾਮਣ ਨੂੰ ਇਜਾਜ਼ਤ ਦਿਓ ਅਤੇ ਤੁਸੀਂ ਧਿਆਨ ਨਾਲ ਡਰਾਈਵ ਕਰੋ। ਰੈਡ FM ਸੁਣ ਰਹੇ ਤੁਸੀਂ 89.1 ਤੇ 93.1 CKYE। ਅੱਜ ਦੇ ਪ੍ਰੋਗਰਾਮ ਦੇ ਵਿੱਚ ਮੈਂ ਦੱਸ ਦਿਆਂ ਕਿ ਇਹ ਲਾਈਵ ਪ੍ਰਸਾਰਿਤ ਕੀਤਾ ਜਾਣਾ ਨਾਲ ਦੀ ਨਾਲ ਫੇਸਬੁੱਕ ਦੇ ਉੱਤੇ, ਪਰ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਅੱਜ ਘੋੜਿਆਂ ਦੀ ਗੱਲਬਾਤ ਹੋਵੇਗੀ। ਮਨੁੱਖ ਦਾ ਤੇ ਘੋੜੇ ਦਾ ਬਹੁਤ ਲੰਬੇ ਸਮੇਂ ਤੋਂ ਅਜ਼ਲਾਂ ਤੋਂ ਸਾਥ ਰਿਹਾ ਹੈ। ਖਾਸ ਤੌਰ ਦੇ ਉੱਤੇ ਸਿੱਖਾਂ ਨੇ ਘੋੜਿਆਂ ਦੇ ਉੱਤੇ ਰਾਤਾਂ ਗੁਜ਼ਾਰੀਆਂ ਔਰ ਜੰਗ ਲੜੀਆਂ। ਸਾਡੇ ਭਾਈਚਾਰੇ ਦੇ ਵਿੱਚ ਹਾਲੇ ਵੀ ਬਹੁਤ ਸਾਰੇ ਨੌਜਵਾਨ ਨੇ ਜਿਹੜੇ ਘੋੜਿਆਂ 'ਚ ਬਹੁਤ ਤਿੱਖੀ ਦਿਲਚਸਪੀ ਲੈ ਰਹੇ ਹਨ। ਅੱਜ ਗੱਲਬਾਤ ਹੋਏਗੀ ਵਤਨਦੀਪ ਸਿੰਘ ਭੁੱਲਰ ਹੋਰਾਂ ਨਾਲ, ਜਿਹੜੇ ਕਿ ਹੁਣੇ ਦਸੰਬਰ ਦੇ ਵਿੱਚ ਟੀਮ ਕੈਨੇਡਾ ਵੱਲੋਂ ਓਮਾਨ ਦੇ ਵਿੱਚ ਘੋੜਿਆਂ 'ਤੇ ਚੜ੍ਹ ਕੇ ਜਿਹੜੀ ਨੇਜੇਬਾਜ਼ੀ ਕੀਤੀ ਜਾਂਦੀ ਹੈ ਔਰ ਉਸ ਦੇ ਵਿੱਚ ਪਾਰਟੀਸਪੇਟ ਕਰਕੇ ਆਏ ਨੇ ਅਤੇ ਉਹ ਟੌਪ 5 ਦੇ ਵਿੱਚ ਹਨ। ਸੋ ਘੋੜੇ 'ਤੇ ਚੜ੍ਹਨਾ, ਘੋੜਸਵਾਰ ਬਣਨਾ ਔਰ ਉਸ ਤੋਂ ਬਾਅਦ ਪਾਰਟੀਸਪੇਟ ਕਰਨਾ, ਫਿਰ ਕੈਨੇਡਾ ਦੀ ਟੀਮ ਦੇ ਵਿੱਚ ਆਉਣਾ ਇੱਕ ਬਹੁਤ ਵੱਡੀ ਪ੍ਰਾਪਤੀ ਹੈ। ਇਸ ਨੌਜਵਾਨ ਨੇ, ਵਤਨਦੀਪ ਸਿੰਘ ਭੁੱਲਰ ਦੇ ਜਿਹੜੇ ਸੁਪਨੇ ਨੇ ਉਹ ਇਵੈਂਚੁਅਲੀ ਜਿਹੜੀ ਖਾਸ ਤੌਰ 'ਤੇ ਇਸ ਇਵੈਂਟ ਦੀ ਟੈਂਟ ਪੈਗਿੰਗ ਦੀ ਇੱਕ ਓਲੰਪਿਕ ਦੀ ਆਈਟਮ ਸ਼ੁਰੂ ਹੋਣ ਵਾਲੀ ਆ, ਉਸ ਦੇ ਵਿੱਚ ਜਾਣ ਦੀ ਸੰਭਾਵਨਾ ਹੈ। ਸੋ ਨੇਜੇਬਾਜ਼ੀ ਕਿਵੇਂ ਹੁੰਦੀ ਹੈ, ਘੋੜਿਆਂ ਨਾਲ ਲਗਾਓ, ਘੋੜਿਆਂ ਦੀ ਜਿਹੜੀ ਪਰਵਰਿਸ਼, ਖਾਸ ਤੌਰ ਦੇ ਉੱਤੇ ਘੋੜਿਆਂ ਦੇ ਨਾਲ ਸੰਬੰਧ ਕਿਸ ਤਰ੍ਹਾਂ ਮਨੁੱਖ ਦੇ ਰਹੇ। ਤੁਸੀਂ ਕਾਊਬॉय ਫਿਲਮਾਂ ਵੇਖਦੇ ਰਹਿੰਦੇ ਹੋ, ਇੱਥੇ ਰੋਡੀਓਜ਼ ਹੁੰਦੀਆਂ ਨੇ, ਬਹੁਤ ਸਾਰੇ ਲੋਕਾਂ ਨੇ ਆਪਣੇ ਫਾਰਮਾਂ 'ਤੇ ਘੋੜੇ ਰੱਖੇ ਹੋਏ ਨੇ ਔਰ ਘੋੜਾ ਇੱਕ ਬਹੁਤ ਇੰਟੈਲੀਜੈਂਟ ਪਸ਼ੂ ਹੈ। ਇਸ ਦੇ ਨਾਲ ਮਨੁੱਖ ਦੀ ਜਿਹੜੀ ਸਾਂਝ ਹੈ ਉਹ ਬੜੀ ਬਾਖੂਬੀ ਰਹੀ। ਇਹ ਬਹੁਤ ਸਟਰੋਂਗ ਇੱਕ ਜਾਨਵਰ ਹੈ। ਇਸ ਨੂੰ ਚੜ੍ਹਨਾ ਅਤੇ ਆਪ ਦੀ ਸਟਰੈਂਥ ਵੀ ਬਹੁਤ ਜ਼ਰੂਰੀ ਹੈ। ਘੋੜਸਵਾਰੀ ਇੱਕ ਬਹੁਤ ਵਧੀਆ ਐਕਸਰਸਾਈਜ਼ ਵੀ ਮੰਨੀ ਗਈ ਹੈ, ਜਿਹਦੇ 'ਚ ਬਾਡੀ ਦੇ ਹਰ ਅੰਗ ਦੀ ਵਰਜਿਸ਼ ਹੋ ਜਾਂਦੀ ਹੈ। ਸੋ ਸਧਾਰਨ ਵਿਅਕਤੀ ਜਿਹੜਾ ਉਹ ਘੋੜੇ 'ਤੇ ਚੜ੍ਹ ਕੇ ਸਗੋਂ ਹੋਰ ਥੱਕ ਜਾਂਦਾ, ਕਈਆਂ ਦੇ ਲਾਗਾ ਲੱਗ ਸਕਦਾ ਹੈ। ਘੋੜੇ ਚੜ੍ਹਨ ਦੀ ਜਿਹੜੀ ਟੈਕਨੀਕ ਹੈ, ਇੱਕ ਕਿਵੇਂ ਬਾਊਂਸ ਕਰਨਾ ਘੋੜਾ, ਕਿਵੇਂ ਉਸ ਨੂੰ ਕੰਟਰੋਲ ਕਰਨਾ ਘੋੜੇ ਨੂੰ, ਇਹੋ ਜਿਹੀ ਗੱਲਬਾਤ ਅੱਜ ਇਸ ਪ੍ਰੋਗਰਾਮ ਦੇ ਅਗਲੇ ਹਿੱਸੇ 'ਚ ਚਲੇਗੀ। ਭੁੱਲਰ ਸਾਹਿਬ ਜੀ ਆਇਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ, ਵੈਲਕਮ। ਥੈਂਕ ਯੂ, ਸਤਿ ਸ਼੍ਰੀ ਅਕਾਲ। ਕਦੋਂ ਤੋਂ ਤੁਹਾਨੂੰ ਘੋੜਸਵਾਰੀ ਦਾ ਸ਼ੌਕ ਹੋਇਆ? ਘੋੜਸਵਾਰੀ ਦਾ ਸ਼ੌਂਕ ਬਚਪਨ ਤੋਂ ਹੀ ਹੋ ਗਿਆ ਸੀਗਾ ਜੀ ਸ਼ੁਰੂ। ਅਤੇ ਮੈਂ ਸੀਗਾ ਅਰਾਊਂਡ 5 ਸਾਲ ਦਾ ਸੀਗਾ ਜਦੋਂ ਮੇਰੇ ਡੈਡੀ ਦੇ ਮਾਮਾ ਜੀ ਆਉਂਦੇ ਹੁੰਦੇ ਸੀ ਘੋੜੇ ਉੱਪਰ ਚੜ੍ਹ ਕੇ ਘਰ। ਫਿਰ ਉੱਥੋਂ ਹੌਲੀ ਹੌਲੀ ਇੰਟਰੋਡਕਸ਼ਨ ਹੋਈ ਘੋੜਿਆਂ ਨਾਲ, ਉਹਨਾਂ ਨੇ ਮਤਲਬ ਹੱਥ ਵਗੈਰਾ ਫੇਰਨਾ ਘੋੜੇ ਦੇ ਮੱਥੇ ਦੇ ਉੱਤੇ। ਹੌਲੀ ਹੌਲੀ ਫਿਰ ਮੇਰੇ ਚਾਚਾ ਜੀ ਨੂੰ ਸ਼ੌਂਕ ਸੀਗਾ ਜੀ। ਫਿਰ ਅਸੀਂ ਸਾਂਝੀ ਫੈਮਿਲੀ ਸੀਗੀ, ਫਿਰ ਇਹ ਘੋੜਾ ਲੈ ਕੇ ਆਏ। ਫਿਰ ਚਾਚਾ ਜੀ ਨੇ ਮੈਨੂੰ ਆਪਦੇ ਨਾਲ ਅੱਗੇ ਬਿਠਾ ਕੇ ਹੌਲੀ ਹੌਲੀ ਮਤਲਬ ਘੋੜਿਆਂ ਨਾਲ ਅਤੇ ਉਹ ਫੀਲਿੰਗ ਦੇ ਨਾਲ ਜਾਣੂ ਕਰਵਾਇਆ। ਫਿਰ ਉਦੋਂ ਬਾਅਦ 10 ਸਾਲ ਦੀ ਉਮਰ ਦੇ ਵਿੱਚ ਜਦੋਂ ਫਿਰ ਮੈਨੂੰ ਆਪਣੇ PPS ਨਾਭਾ ਦੇ ਵਿੱਚ ਲਾਈਕ ਘਰਦਿਆਂ ਨੇ ਉੱਥੇ ਪੜ੍ਹਨ ਵਾਸਤੇ ਭੇਜਿਆ। ਉੱਥੇ ਇੱਕ ਸਪੋਰਟ ਸੀਗੀ, ਇੱਥੇ ਮਤਲਬ ਮੇਨ ਸਪੋਰਟ ਸੀ। ਫਿਰ ਉੱਥੇ ਹੌਲੀ ਹੌਲੀ ਫਿਰ ਰੈਗੂਲਰ ਐਵਰੀਡੇ ਵਾਂਗੂ ਸ਼ੁਰੂ ਕਰ ਦਿੱਤੀ ਰਾਈਡਿੰਗ ਕਰਨੀ। ਅਤੇ ਉੱਥੇ ਵਧੀਆ ਕੋਚਿਸ ਸੀਗੇ ਅਤੇ ਹੌਲੀ ਹੌਲੀ ਮਤਲਬ ਇੱਦਾਂ ਹੀ ਨੈਸ਼ਨਲ ਦੇ ਵਿੱਚ ਜਾਣ ਦਾ ਮੌਕਾ ਮਿਲ ਗਿਆ ਇੰਡੀਆ ਦੇ ਵਿੱਚ। ਹਾਂਜੀ। ਔਰ ਇਹਦੇ ਵਿੱਚ ਜਿਹੜੀ ਸਕਿੱਲ ਆ ਹਾਰਸ ਰਾਈਡਿੰਗ ਦੀ, ਇਹਦੇ 'ਚ ਸਭ ਤੋਂ ਇੰਪੋਰਟੈਂਟ ਚੀਜ਼ ਕੀ ਆ ਜਦੋਂ ਤੁਸੀਂ ਫਰਜ਼ ਕਰੋ ਟ੍ਰੇਨਿੰਗ ਵੀ ਲੈਂਦੇ ਹੋ, ਕੀ ਸਿੱਖਦੇ ਹੋ ਉਹਦੇ 'ਚ? ਇਹਦੇ ਵਿੱਚ ਬਹੁਤ ਮਤਲਬ ਸਾਰੀ ਇੱਕ ਤਾਂ ਤੁਹਾਡੀ ਪਰਸਨੈਲਿਟੀ ਡਿਵੈਲਪਮੈਂਟ ਬਹੁਤ ਹੁੰਦੀ ਹੈ। ਮੇਨ ਸਕਿੱਲ ਤੁਹਾਨੂੰ ਬੈਲੈਂਸ ਕਰਨਾ ਆ ਜਾਂਦਾ ਹੈਗਾ, ਤੁਹਾਡੀ ਆਪਣੀ ਕੋਆਰਡੀਨੇਸ਼ਨ, ਬਾਡੀ ਕੋਆਰਡੀਨੇਸ਼ਨ ਅਤੇ ਮਤਲਬ ਹੋਰ ਤੁਹਾਡੀ ਕੌਨਫੀਡੈਂਸ ਬਹੁਤ ਆਉਂਦਾ ਹੈਗਾ। ਬਿਕੋਜ਼ ਯੂ ਫੀਲ ਲਾਈਕ ਪ੍ਰਾਈਡ ਤੁਸੀਂ ਆਪਣੇ ਆਪ 'ਤੇ ਕਰਦੇ ਹੈਗੇ ਜਦੋਂ ਤੁਸੀਂ ਰਾਈਡਿੰਗ ਕਰਦੇ ਹੋ। ਪੋਜ਼ੀਟਿਵ ਵਾਈਬਸ ਅਤੇ ਹੋਰ ਸਟਰੈਸ ਵਗੈਰਾ ਵੀ ਕਾਫੀ ਘੱਟਦਾ ਹੈਗਾ ਜੀ। ਓਵਰਆਲ ਜਿਵੇਂ ਤੁਸੀਂ ਪਹਿਲਾਂ ਵੀ ਕਿਹਾ ਕਿ ਕੈਲਰੀਜ਼ ਅਰਾਊਂਡ 300 ਕੈਲਰੀਜ਼ ਬਰਨ ਹੁੰਦੇ ਇੱਕ ਘੰਟਾ ਮਤਲਬ ਘੋੜੇ ਦੇ ਉੱਪਰ ਚੜ੍ਹਨ ਦੇ ਨਾਲ ਹੀ। ਅਤੇ ਉਦੋਂ ਬਾਅਦ ਜੇ ਤੁਸੀਂ ਘੋੜੇ ਨਾਲ ਕੰਮ ਵਗੈਰਾ ਹੋਰ ਕਲੀਨ ਅਪ ਅਤੇ ਹੋਰ ਸਾਰਾ ਕੁਛ ਕਰਦੇ ਹੋ, ਮਤਲਬ ਇੱਕ ਵਧੀਆ ਵਰਕਆਊਟ ਹੋ ਜਾਂਦਾ। ਸਭ ਤੋਂ ਮੇਨ ਮਤਲਬ ਕੋਰ ਵਰਕਆਊਟ ਜ਼ਿਆਦਾ ਹੁੰਦਾ। ਅੱਛਾ, ਘੋੜੇ ਨਾਲ ਲਗਾਅ ਹੋਣਾ ਕਿੰਨਾ ਕੁ ਜ਼ਰੂਰੀ ਹੈ ਵਧੀਆ ਰਾਈਡਰ ਬਣਨ ਲਈ?
ਘੋੜਿਆਂ ਨਾਲ ਪਿਆਰ ਹੋਣਾ ਤਾਂ ਬਹੁਤ ਜ਼ਰੂਰੀ ਹੈ ਜੀ, ਪਰ ਤੁਸੀਂ ਐਂ ਹੈਗਾ ਵੀ ਜਿਵੇਂ ਘੋੜੇ ਤੋਂ ਤੁਸੀਂ ਟ੍ਰੇਨਿੰਗ ਦੇ ਜ਼ਿਆਦਾ ਜ਼ਰੂਰੀ ਹੈਗੇ, ਘੋੜੇ ਦੀ ਵੀ ਉਨੀ ਟ੍ਰੇਨਿੰਗ ਹੋਣੀ, ਅਤੇ ਬਾਕੀ ਥੋੜ੍ਹਾ ਲਗਾਵ ਹੌਲੀ ਹੌਲੀ ਪੈ ਕੇ ਤੁਹਾਡਾ ਆਪ ਦਾ ਤਾਂ ਬਣ ਜਾਂਦਾ, ਘੋੜੇ ਦਾ ਬਣਨਾ ਕੋਈ ਮਤਲਬ ਇੰਨਾ ਜ਼ਰੂਰੀ ਨਹੀਂ ਹੁੰਦਾ। ਬਾਕੀ ਘੋੜੇ ਨੂੰ ਮਤਲਬ ਹਰੇਕ ਘੋੜਾ ਟ੍ਰੇਨਡ ਹੁੰਦਾ ਰਹਿੰਦਾ, ਅਤੇ ਉਵੇਂ ਜਿਵੇਂ ਜਿਵੇਂ ਉਹਦੇ ਸਵਾਰ ਚੜ੍ਹਦੇ ਆ, ਜਿਵੇਂ ਘੋੜੇ ਨੂੰ 1 ਸੈਕਿੰਡ ਦੇ ਵਿੱਚ ਪਤਾ ਲੱਗ ਜਾਂਦਾ ਵੀ ਮੇਰੇ 'ਤੇ ਕਿੱਦਾਂ ਦਾ ਸਵਾਰ ਚੜ੍ਹਿਆ, ਮੈਂ ਕਿਵੇਂ ਦਾ ਰਿਐਕਸ਼ਨ ਦੇਣਾ ਹੈਗਾ। ਜਿਵੇਂ ਕਈ ਵਾਰੀ ਤੁਸੀਂ ਆਪਾਂ ਆਮ ਦੇਖਦੇ ਹੈਗੇ, ਮੂਵੀਜ਼ ਦੇ ਵਿੱਚ ਵੀ ਦੇਖਦੇ ਹਾਂ, ਜਿਵੇਂ ਪਹਿਲਾਂ ਕੋਈ ਰਾਈਡਰ ਨੂੰ ਸਿੱਟ ਦਿੱਤਾ ਜਾਂਦਾ ਅਤੇ ਉਦੋਂ ਬਾਅਦ ਫਿਰ ਇੱਕ ਵਧੀਆ ਆ ਜਾਂਦਾ ਚੜ੍ਹ ਕੇ ਸਵਾਰ, ਅਤੇ ਉਹ 1 ਮਿੰਟ ਦੇ ਵਿੱਚ ਘੋੜਾ ਠੀਕ ਹੋ ਜਾਂਦਾ। ਉਹੀ ਚੀਜ਼ ਹੈ, ਮਤਲਬ ਟ੍ਰੇਨਿੰਗ ਜ਼ਿਆਦਾ ਜ਼ਰੂਰੀ ਹੈਗੀ ਆ ਦੋਨਾਂ ਦੀ। ਘੋੜੇ ਨੂੰ ਵੀ ਪਤਾ ਲੱਗ ਜਾਂਦਾ। ਹਾਂਜੀ 100%। ਉਹ ਵਾਈਬਸ ਟਰੈਵਲ ਕਰਦੀਆਂ ਨੇ। ਜਿਵੇਂ ਤੁਸੀਂ ਇਹ ਥੋੜ੍ਹਾ ਜਿਹਾ ਮੇਰੀ ਲੱਤਾਂ ਤੋਂ ਟਾਈਟ ਹੋ, ਗੋਡਿਆਂ ਤੋਂ ਟਾਈਟ ਹੋ, ਜਾਂ ਫਿਰ ਘੋੜੇ ਨੂੰ ਉਦੋਂ ਹੀ ਪਤਾ ਲੱਗ ਜਾਂਦਾ ਡਰਿਆ ਹੋਇਆ ਸਵਾਰ ਹੈ ਇਹ। ਹਾਂਜੀ, ਉੱਥੋਂ ਫਿਰ ਮਤਲਬ ਉਹ ਜਿਹੜੀਆਂ ਵਾਈਬਸ ਜਾਂ ਸੈਂਸੇਸ਼ਨਸ ਤੋਂ ਘੋੜੇ ਨੂੰ ਜਦ ਹੀ ਪਤਾ ਲੱਗ ਜਾਂਦਾ। ਮੇਰੇ ਬਾਬਾ ਜੀ ਸੀ ਸਰ ਭਗਵੰਤ ਸਿੰਘ, ਉਹਨਾਂ ਨੇ ਘੋੜੀ ਰੱਖੀ ਹੋਈ ਸੀ। ਹਾਂਜੀ ਮੇਰੇ ਮਾਮਾ ਜੀ ਉਹਨਾਂ ਨੇ ਘੋੜੀ ਰੱਖੀ ਸੀ। ਬਚਪਨ 'ਚ ਮੈਂ ਵੀ ਘੋੜੀਆਂ ਦੇਖੀਆਂ ਨੇ, ਹਾਂਜੀ ਔਰ ਕਦੇ ਕਦੇ ਚੜ੍ਹਨ ਦਾ ਮੌਕਾ ਵੀ ਮਿਲਦਾ ਰਿਹਾ ਬਚਪਨ ਦੇ ਵਿੱਚ। ਹਾਂਜੀ ਹੁਣ ਮੈਂ ਇੱਥੇ ਕਲੋਵਰਡੇਲ ਸਾਡੇ ਰੋਡੀਓ ਲੱਗਦੀ ਆ, ਹਾਂਜੀ ਹਾਂਜੀ ਰੋਡੀਓ 'ਤੇ ਘੋੜੇ ਦੇਖਣ ਜਾਣਾ। ਹਾਂਜੀ ਇਹ ਘੋੜੇ ਜਿਹੜੇ ਰੋਡੀਓ 'ਚ ਭੱਜਦੇ ਆ, ਹਾਂਜੀ ਇਹਨਾਂ ਦੀ ਸਪੀਡ, ਇਹਨਾਂ ਦੀ ਯਕਦਮ ਭੱਜਣ ਦੀ ਸ਼ਕਤੀ ਔਰ ਇਹਨਾਂ ਦੀ ਤਾਕਤ ਮੈਨੂੰ ਲੱਗਦਾ ਜ਼ਿਆਦਾ ਹੈ ਕਾਫੀ। ਔਰ ਇਹ ਘੋੜਿਆਂ ਦੇ ਹਰ ਇਲਾਕੇ ਦੇ ਵਿੱਚ, ਹੁਣ ਅਰਬੀ ਘੋੜਿਆਂ ਦੀ ਗੱਲ ਜਦੋਂ ਚੱਲਦੀ ਹੈ, ਸਟੈਲੀਅਨ ਦੀ ਗੱਲ ਚੱਲਦੀ ਹੈ, ਹਾਂਜੀ ਹਾਂਜੀ ਕਿੰਨੀਆਂ ਕੁ ਕਿਸਮਾਂ ਨੇ? ਸਭ ਤੋਂ ਵਧੀਆ ਕਿਸਮਾਂ ਕਿਹੜੀਆਂ ਨੇ? ਇਹ ਕਿਸਮਾਂ ਤਾਂ ਬਹੁਤ ਤਰ੍ਹਾਂ ਦੀਆਂ ਨੇ। ਜਿਹੜੇ ਤੁਸੀਂ ਆਪਣੇ ਰੋਡੀਓਜ਼ ਦੇ ਵਿੱਚ ਜਿਹੜੇ ਘੋੜੇ ਯੂਜ਼ ਹੁੰਦੇ ਆ, ਇਹਦੀ ਕਿਸਮ ਹੈਗੀ ਆ ਕੁਆਟਰ ਹਾਰਸ ਕਹਿੰਦੇ ਹਨ। ਅੱਛਾ। ਅਤੇ ਇਹ ਜਿਹੜਾ ਇਹਦਾ ਮਤਲਬ ਬਣਤਰ ਹੈਗੀ ਆ, ਜਾਂ ਜਿੱਦਾਂ ਇਹ ਰਿਐਕਟ ਕਰਦਾ ਚੀਜ਼ਾਂ ਨੂੰ, ਇਹ ਇੰਨਾ ਜ਼ਿਆਦਾ ਰਿਐਕਟ ਨਹੀਂ ਕਰਦਾ। ਜਿਵੇਂ ਜਿਹੜੇ ਥਾਈਰੋਬੈਡਸ ਹੁੰਦੇ ਆ ਥੋੜ੍ਹੇ ਜਿਹੇ ਜ਼ਿਆਦਾ ਡਰਦੇ ਜ਼ਿਆਦਾ ਨੇ, ਅਤੇ ਜਿਹੜੇ ਕੁਆਟਰ ਹਾਰਸ ਹੁੰਦੇ ਇਹਨਾਂ ਨੂੰ ਜ਼ਿਆਦਾ ਟ੍ਰੇਲ ਰਾਈਡਿੰਗ ਵਾਸਤੇ ਜਾਂ ਪਹਾੜਾਂ ਦੇ ਵਿੱਚ ਲੈ ਕੇ ਜਾਣ ਵਾਸਤੇ ਇਹਨਾਂ ਦਾ ਟੈਂਪਰਾਮੈਂਟ ਮੈਂ ਥੋੜ੍ਹਾ ਜਿਹਾ ਲੋਅ ਹੁੰਦਾ ਹੈਗਾ ਐਜ਼ ਕੰਪੇਅਰ ਟੂ ਥਾਈਰੋਬੈਡਸ, ਤਾਂ ਕਰਕੇ ਫਿਰ ਇਹ ਜ਼ਿਆਦਾ ਮਤਲਬ ਇਹਦੇ 'ਚ ਵਰਤੇ ਜਾਂਦੇ। ਤਾਂ ਹੀ ਕੁਇੱਕ ਵੀ ਇੱਕ ਥੋੜ੍ਹਾ ਜਿਹਾ ਕੰਪੈਕਟ ਸਾਈਜ਼ ਹੁੰਦਾ ਇਹਨਾਂ ਦਾ ਬੋਡੀ ਦਾ ਵੀ। ਜਿਵੇਂ ਇੱਕ ਵਾਰਮ ਬਲੱਡਸ ਹੁੰਦੇ ਨੇ, ਜਿਵੇਂ ਡਰਾਫਟ ਹਾਰਸ ਵੀ ਤੁਸੀਂ ਆਪਾਂ ਅੱਜ ਕੱਲ੍ਹ ਤਾਂ ਮੂਵੀਜ਼ 'ਚ ਜ਼ਿਆਦਾ ਦੇਖਦੇ, ਜਾਂ ਆਪਣੇ ਵੈਨਕੂਵਰ ਸਟੈਨਲੀ ਪਾਰਕ ਜਿਹੜੇ ਘੋੜੇ ਵਰਤੇ ਜਾਂਦੇ ਨੇ, ਉਹਨਾਂ ਦੀ ਬਰੀਡ ਹੈਗੀ ਆ ਆਪਣੀ ਡਰਾਫਟ ਹਾਰਸਿਸ ਦੀ। ਉਹਨਾਂ ਦੇ ਪੈਰ ਮੋਟੇ ਹੁੰਦੇ ਆ, ਥੋੜ੍ਹੀ ਹੱਡੀ ਭਾਰੀ ਹੁੰਦੀ ਆ। ਉਹਨਾਂ ਨੂੰ ਪਹਿਲਾਂ ਟੈਂਕ ਵਗੈਰਾ ਖਿੱਚਣ ਵਾਸਤੇ ਵਰਤਿਆ ਜਾਂਦਾ ਸੀ, ਉੱਥੋਂ ਹੀ ਆਇਆ ਮਤਲਬ ਹਾਰਸ ਪਾਵਰ ਵੀ। ਅੱਛਾ, ਹਾਰਸ ਪਾਵਰ ਜਿਹੜੀ ਬਣੀ ਆ, ਹਾਂਜੀ ਇੰਨੇ ਹਾਰਸ ਪਾਵਰ ਆ। ਹਾਂਜੀ ਉਹ ਆ ਕਿ ਇੱਕ ਹਾਰਸ ਪਾਵਰ ਇੱਕ ਘੋੜੇ ਦੇ ਜਿੰਨੀ ਹੁੰਦੀ? ਮੈਂ ਕਹਿੰਦਾ ਘੋੜੇ 'ਚ ਜ਼ਿਆਦਾ ਤਾਕਤ ਆ। ਹਰੇਕ ਘੋੜੇ ਦੀ ਅਲੱਗ-ਅਲੱਗ ਹੈ, ਜਿਵੇਂ ਆਹ ਬਰੀਡ 'ਤੇ ਫਿਰ ਡਿਪੈਂਡ ਕਰਦਾ ਜੀ। ਜਿਵੇਂ ਡਰਾਫਟ ਹਾਰਸ ਉਹ ਖਿੱਚਣ ਵਾਲੇ ਹੋ ਗਏ, ਥਾਈਰੋਬੈਡਸ ਜਿਵੇਂ ਉਹ ਥੋੜ੍ਹੀ ਆਪਣੇ ਲਾਈਟ ਬੋਨਡ ਹੁੰਦੇ ਨੇ, ਉਹ ਥੋੜ੍ਹੀ ਸਪੀਡ ਵਾਸਤੇ ਕੰਮ ਆਉਂਦੇ ਨੇ। ਜਿਵੇਂ ਉਦੋਂ ਬਾਅਦ ਹੁਣ ਇਹਨੇ ਡਿਵੈਲਪ ਕਰ ਲਈ, ਇਹਨੂੰ ਵਾਰਮ ਬਲੱਡਸ ਕਹਿੰਦੇ ਨੇ, ਉਹ ਜ਼ਿਆਦਾ ਜੰਪਿੰਗ ਵਾਸਤੇ ਕੰਮ ਆਉਂਦੇ ਨੇ, ਹਾਈਟ ਵੀ ਜ਼ਿਆਦਾ ਹੁੰਦੀ ਆ। ਅਤੇ ਡਰਾਫਟ ਹਾਰਸ ਨਾਲ ਉਹਦੇ ਥੋੜ੍ਹੇ ਜਿਹੇ ਪੈਰ 'ਤੇ ਮਤਲਬ ਉਹਦੀ ਬੋਡੀ ਦੀ ਬਣਤਰ ਥੋੜ੍ਹੀ ਜਿਹੀ ਮਤਲਬ ਕਹਿ ਲਈਏ ਇੰਨੇ ਹੈਵੀ ਬੋਨਡ ਨਹੀਂ ਹੁੰਦੇ, ਥੋੜ੍ਹੇ ਪਤਲੇ ਹੁੰਦੇ, ਥਾਈਰੋਬੈਡ ਤੋਂ ਜ਼ਿਆਦਾ ਹੁੰਦੇ ਆ। ਉਹਨੂੰ ਜੰਪਿੰਗ 'ਚ ਜ਼ਿਆਦਾ ਕੰਮ ਆਉਂਦੇ ਨੇ ਉਹ। ਹੁਣ ਆਮ ਘਰਾਂ ਦੇ ਵਿੱਚ ਜਿਹੜੀ ਪੰਜਾਬ ਦੀ ਮੈਂ ਗੱਲ ਕਰਦਾ, ਹਾਂਜੀ ਡੋਮੈਸਟਿਕ ਜਿਹੜੇ ਐਨੀਮਲ ਦੇ ਤੌਰ 'ਤੇ ਹਾਂਜੀ ਘੋੜੀ ਰੱਖੀ ਜਾਂਦੀ ਹੈ। ਘੋੜਾ ਨਹੀਂ, ਘੋੜੀ ਜ਼ਿਆਦਾ ਲੋਕ ਰੱਖਦੇ ਆ। ਘੋੜੀ ਜਿਹੜੀ ਆ ਉਹ ਜ਼ਿਆਦਾ ਫੁਰਤੀਲੀ ਹੈ, ਜ਼ਿਆਦਾ ਤੇਜ਼ ਭੱਜ ਸਕਦੀ? ਨਹੀਂ, ਇੱਦਾਂ ਦੀ ਗੱਲ ਨਹੀਂ ਹੈਗੀ। ਘੋੜੀਆਂ ਥੋੜ੍ਹੀਆਂ ਜਿਹਾ ਕੱਲ੍ਹ ਟ੍ਰੇਨੇਬਲ ਜ਼ਿਆਦਾ ਹੁੰਦੀਆਂ ਐਜ਼ ਕੰਪੇਅਰ, ਜਦੋਂ ਵੀ ਟ੍ਰੇਨਡ ਹੋ ਜਾਂਦੀਆਂ ਨੇ। ਜਿਵੇਂ ਜਿਹੜੀ ਆਪਾਂ ਪੰਜਾਬ ਦੇ ਵਿੱਚ ਗੈਲਡਿੰਗਸ ਤਾਂ ਹੁੰਦੀ ਨਹੀਂ, ਜ਼ਿਆਦਾਤਰ ਸਟੈਲੀਅਨ ਘੋੜੀ ਹੁੰਦੇ ਨੇ। ਉਹਨਾਂ ਨੂੰ ਫਿਰ ਥੋੜ੍ਹੇ ਜਿਹੇ ਅਨਸੇਫ ਵੀ ਮੰਨਿਆ ਜਾਂਦਾ ਹੈ, ਕਿਉਂਕਿ ਥੋੜ੍ਹੇ ਅਗਰੈਸਿਵ ਸਾਈਡ 'ਤੇ ਹੁੰਦੇ ਨੇ ਜੋ ਸਟੈਲੀਅਨ। ਹਾਂਜੀ, ਜਦੋਂ ਮਤਲਬ ਉਹਨਾਂ ਨੂੰ ਅੰਦਰੋਂ ਆਪਾਂ ਕਹਿੰਦੇ ਵੀ ਲੂਰੀਆਂ ਉੱਠਦੀਆਂ ਨੇ, ਫਿਰ ਉਦੋਂ ਬਾਅਦ ਤਾਂ ਉਹ ਟ੍ਰੇਨਿੰਗ ਕੋਈ ਖਾਸ ਐਜ਼ ਸੱਚ ਹੁੰਦੀ ਵੀ ਨਾ, ਉਹਨਾਂ ਨੂੰ ਜ਼ਿਆਦਾ ਬੰਨਿਆ ਹੁੰਦਾ, ਇਰੀਟੇਟ ਜ਼ਿਆਦਾ ਹੋ ਜਾਂਦੇ ਜਿਵੇਂ, ਫਿਰ ਉਹ ਵਾਲੇ ਮਾਰਦੇ, ਫਿਰ ਉਦੋਂ ਨੁਕਸਾਨ ਵੀ ਕਰ ਦਿੰਦੇ ਕਈ ਵਾਰ। ਤੁਹਾਡੀ ਓਪੀਨੀਅਨ ਦੇ ਵਿੱਚ ਘੋੜਸਵਾਰ ਦੇ ਤੌਰ 'ਤੇ ਕਿਹੜਾ ਘੋੜਾ ਵਧੀਆ ਹੈ? ਜਿਹੜਾ ਅਰਬੀ ਘੋੜਿਆਂ ਨੂੰ ਕਿਉਂ ਇੰਨਾ ਚੰਗਾ ਸਮਝਿਆ ਜਾਂਦਾ? ਅਰਬੀਆਂ ਨੂੰ ਮੇਨ ਤਾਂ ਇੱਕ ਉਹਨਾਂ ਦੀ ਸਪੀਡ ਵੀ ਕਹਿ ਸਕਦੇ, ਬਾਕੀ ਉਹ ਆਲਵੇਜ਼ ਹੀ ਸ਼ੁਰੂ ਤੋਂ ਹੀ ਮਹਿੰਗੇ ਰਹੇ ਨੇ। ਜਦੋਂ ਦੇ ਮਤਲਬ ਘੋੜਿਆਂ ਦਾ ਮਤਲਬ ਰੱਖਣਾ, ਜਾਂ ਇਹ ਕੋਈ ਜ਼ਿਆਦਾ ਰਾਜਿਆਂ ਕੋਲ ਉਹੀ ਹੁੰਦੇ ਸੀ। ਹੁਣ ਜਦੋਂ ਓਮਾਨ ਗਿਆ ਸੀ, ਉੱਥੇ ਵੀ ਅਸੀਂ ਇਹੀ ਗੱਲ ਕਰਦੇ ਸੀ। ਕਹਿੰਦੇ ਹਜੇ ਵੀ ਜਿਵੇਂ ਇਹਨਾਂ ਦੀ ਅਰਬੀ ਘੋੜਿਆਂ ਦੀ ਉਨੀ ਹੀ ਡਿਮਾਂਡ ਹੈਗੀ ਆ। ਇੱਕ ਤਾਂ ਉਹਨਾਂ ਦਾ ਮੂੰਹ ਦਾ ਥੋੜ੍ਹਾ ਫਰਕ, ਉਹਨਾਂ ਦਾ ਜਦੋਂ ਤੁਸੀਂ ਦੇਖੋਗੇ ਥੋੜ੍ਹੇ ਜਿਹੇ ਥੱਲੋਂ ਉਹ ਮਤਲਬ ਕਰਵੀ ਜਿਹਾ ਉਹਨਾਂ ਦਾ ਮੂੰਹ ਹੁੰਦਾ ਥੋੜ੍ਹਾ ਜਿਹਾ, ਅਤੇ ਇਹੀ ਚੀਜ਼ ਹੈ ਮੇਨ ਤਾਂ ਉਹਨਾਂ ਦੀ ਦਿੱਖ ਕਰਕੇ ਜ਼ਿਆਦਾ ਕਹਿ ਲਓ। ਪਰ ਕੱਦ ਕਾਠ ਜਿਹੜਾ ਕੱਦ ਕਾਠ ਤਾਂ ਨਾਲ ਹੈਗਾ ਉਹਨਾਂ ਦੇ। ਅਤੇ ਹੁਣ ਜਿਹੜੀ ਤੁਸੀਂ ਘੋੜਿਆਂ 'ਤੇ ਇਹ ਕਰਦੇ ਹੋ ਨੇਜੇਬਾਜ਼ੀ, ਹਾਂਜੀ, ਇਹ ਘੋੜੇ ਕਿਸ ਕਿਸਮ ਦੇ ਵਰਤਦੇ ਹੋ? ਇਹ ਜ਼ਿਆਦਾ ਆਪਣੇ
ਕੁਆਟਰ ਹਾਰਸ ਹੀ ਹੁੰਦੇ ਇਹਦੇ ਵਾਸਤੇ, ਜਿਵੇਂ ਤੁਸੀਂ ਆਪਣੇ ਉਹਦੇ ਰੋਡੀਓ ਵਾਸਤੇ ਵੀ ਕਿਹਾ, ਜ਼ਿਆਦਾ ਫਰਤੀਲੇ ਹੁੰਦੇ ਕਿਉਂਕਿ ਸਿੱਧਾ ਭੱਜਣਾ ਹੁੰਦਾ ਘੋੜੇ ਨੇ, ਤੇ ਥੋੜੀ ਇਹਨਾਂ ਦੀ ਹਾਈਟ ਵੀ ਛੋਟੀ ਹੁੰਦੀ ਹੈ, ਥੱਲੋਂ ਮਤਲਬ ਟਾਰਗੇਟ ਕਰਨਾ ਥੋੜਾ ਸੌਖਾ ਹੋ ਜਾਂਦਾ। ਕਿਉਂ ਮੈਂ ਨਾਲ ਜੰਪਿੰਗ ਵੀ ਕਰਦਾ ਹੈਗਾ ਜੀ, ਉਹਦੇ ਵਾਸਤੇ ਵੀ ਵਾਰਮ ਬਲੱਡ ਵਰਤਦੇ ਆ ਜਾਂ ਥਾਇਰੋਇਡ ਵਰਤਦੇ। ਜਿਹੜੇ ਤੁਸੀਂ ਜੰਪ ਕਰਵਾਉਂਦੇ ਉਹਦੇ ਉੱਪਰ ਦੀ ਹਾਂਜੀ ਕਿਸੇ ਵੀ ਆਬਸਟੀਕਲ ਦੇ? ਹਾਂਜੀ ਹਾਂਜੀ। ਅੱਛਾ, ਜਿਹੜੇ ਇੱਥੇ ਮਿਲੀਅਨ ਡਾਲਰ ਦਾ ਬਿਜ਼ਨਸ ਕਰਦੇ ਨੇ ਰੇਸ ਕੋਰਸ ਦੇ ਉੱਤੇ ਘੋੜੇ ਭੱਜਦੇ ਆ, ਹਾਂਜੀ, ਇਹ ਘੋੜਿਆਂ ਨੂੰ ਕੋਈ ਸਪੈਸ਼ਲ ਟ੍ਰੇਨਿੰਗ ਹੁੰਦੀ ਹੈ ਤੇ ਮਹਿੰਗੇ ਬਹੁਤ ਆ ਘੋੜੇ? ਹਾਂਜੀ, ਇਹ ਮੇਨ ਤਾਂ ਇਹਨਾਂ ਦੀ ਪੈਡੀਗਰੀ ਆ ਜਾਂਦੀ ਹੈ ਜੀ, ਜਦੋਂ ਮਤਲਬ ਇਹਨਾਂ ਨੂੰ ਉਦੋਂ ਆਪਣਾ ਇਹਨਾਂ ਦੀ ਬਰੀਡਿੰਗ ਇਸ ਤੌਰ 'ਤੇ ਹੁੰਦੀ ਹੈਗੀ ਆ, ਮਤਲਬ ਇਹਨਾਂ ਨੂੰ ਰੇਸਿੰਗ ਵਾਸਤੇ ਉਹੀ ਜਿਹੜੀ ਥਾਇਰੋਬੈਡਸ ਨੇ, ਥਾਇਰੋਬੈਡ ਰੇਸਿੰਗ ਦੇ ਆਈ ਜ਼ਿਆਦਾ, ਇਹ ਮਤਲਬ ਇਹਦੇ 'ਚ ਜ਼ਿਆਦਾ ਕਾਮਯਾਬ ਹੋਈ ਹੈਗੀ ਆ ਇਹ ਬਰੀਡ, ਅਤੇ ਇਹੀ ਜ਼ਿਆਦਾ ਵਰਤੇ ਜਾਂਦੇ। ਅਤੇ ਤਾਂ ਹੀ ਫਿਰ ਕਿਉਂਕਿ ਇਹ 'ਚ ਮਨੀ ਜ਼ਿਆਦਾ ਇਨਵੋਲਵ ਹੁੰਦੀ ਹੈ, ਤਾਂ ਹੀ ਫਿਰ ਘੋੜੇ ਉਨੇ ਮਹਿੰਗੇ ਹੁੰਦੇ ਜਾਂਦੇ। ਜਿਵੇਂ ਜਿਹੜੇ ਜਿੱਤੇ ਹੋਏ ਘੋੜੇ ਅਤੇ ਜਿੱਤੀ ਹੋਈ ਘੋੜੀ ਨੂੰ ਫਿਰ ਜਦੋਂ ਮੀਟ ਕਰਵਾਉਂਦੇ ਆ ਇਹ, ਫਿਰ ਉਦੋਂ ਬਾਅਦ ਓਬਵੀਅਸਲੀ ਉਹਦਾ ਜਿਹੜਾ ਕਹਿ ਲਓ ਵੀ ਉਦੋਂ ਬਾਅਦ ਜਿਹੜਾ ਬੱਚਾ ਜਾਂ ਬਸ਼ੇਰਾ ਹੁੰਦਾ ਹੈਗਾ, ਫਿਰ ਉਹ ਫਿਰ ਉਹਦੇ ਮਤਲਬ ਜਿਹੜਾ ਨਾਲ ਪਿੱਛੇ ਉਹਦੀ ਹਿਸਟਰੀ ਟਰੈਵਲ ਕਰਦੀ ਹੈ ਨਾਲ, ਉਹਦੇ ਕਰਕੇ ਉਹ ਮਹਿੰਗੇ ਹੁੰਦੇ ਰਹਿੰਦੇ। ਤੁਸੀਂ ਕਿੰਨੇ ਕਿਸਮ ਦੇ ਘੋੜੇ 'ਤੇ ਚੜ੍ਹ ਚੁੱਕੇ ਹੋ? ਮੈਂ ਚੜ੍ਹ ਚੁੱਕਿਆ ਜੀ, ਆਪਾਂ ਗਿਣ ਲੈਂਦੇ ਹਾਂ ਹੁਣ। ਇੱਕ ਤਾਂ ਹਾਫ ਫਲੈਂਗਰਸ ਹੁੰਦੇ ਆ ਜੀ, ਅਤੇ ਉਹਦੇ ਚੜ੍ਹਿਆ ਹੋਇਆ ਹੈਗਾ ਮੈਂ, ਅਤੇ ਆਹ ਡਰਾਫਟ ਹਾਰਸਿਸ ਅਤੇ ਥਾਇਰੋਬੈਡ ਕੁਆਟਰ ਹਾਰਸਿਸ, ਅਤੇ ਆਪਣੇ ਇੱਕ ਇੰਡੀਆ ਦੇਸੀ ਘੋੜਿਆਂ 'ਤੇ ਵੀ ਚੜ੍ਹਿਆ ਥੋੜ੍ਹਾ ਟਾਈਮ ਹੀ, ਉਹ ਤਾਂ ਘਰੇ ਹੀ ਚੜ੍ਹਿਆ ਜਦੋਂ ਛੋਟਾ ਹੁੰਦਾ। ਅੱਛਾ, ਜਿਹੜੇ ਨਿਹੰਗ ਸਿੰਘਾਂ ਕੋਲੇ ਘੋੜੇ ਆ, ਹੋਲੇ ਮਹੱਲੇ 'ਤੇ ਦੇਖਿਆ ਦੋ ਘੋੜਿਆਂ 'ਤੇ ਖੜਾ ਹੋ ਜਾਂਦਾ ਮੁੰਡਾ, ਹਾਂਜੀ ਹਾਂਜੀ ਹਾਂਜੀ, ਭੱਜ ਰਹੇ ਹੁੰਦੇ ਤੇਜ਼ੀ ਨਾਲ, ਬੜੇ ਕਰਤੱਵ ਦਿਖਾਉਂਦੇ ਉਹ। ਹਾਂਜੀ ਹਾਂਜੀ ਹਾਂਜੀ, ਉਹ ਘੋੜੇ ਕਿਹੜੇ ਆ? ਉਹ ਆਪਣੇ ਮਾਰਵਾੜੀ ਘੋੜੇ। ਅੱਛਾ, ਮਾਰਵਾੜੀ ਉਹਨਾਂ ਨੂੰ ਬਰੀਡ ਹੀ ਉਸ ਹਿਸਾਬ ਨਾਲ ਕੀਤਾ ਜਾਂਦਾ ਜੀ, ਜਿਵੇਂ ਛੋਟੇ ਹੁੰਦੇ ਤੋਂ ਲੈ ਕੇ ਇਕੱਠੇ ਇੱਕ ਸਟੇਬਲ 'ਚ ਰਹਿੰਦੇ ਆ, ਅਤੇ ਫਿਰ ਉਹਨਾਂ ਦੀ ਟ੍ਰੇਨਿੰਗ ਉਸ ਹਿਸਾਬ ਨਾਲ ਹੁੰਦੀ ਹੈ। ਬਾਕੀ ਉਹ ਥੋੜ੍ਹਾ ਜਿਹਾ ਉਹਨਾਂ ਨੂੰ ਜਦੋਂ ਉਹਨੂੰ ਭਜਾਉਂਦੇ ਆ, ਥੋੜ੍ਹਾ ਅੱਗੋਂ ਉਹਨਾਂ ਨੂੰ ਬੰਨਿਆ ਹੁੰਦਾ ਵੀ ਜਿਹੜਾ ਪੈਰਲਲ ਨਾ ਭੱਜਣ, ਇੱਕ ਦੂਜੇ ਵੱਲ ਆਏ ਨੂੰ ਭੱਜਣ, ਫਿਰ ਵੀ ਨੁਕਸਾਨ ਨਾ ਕਰ ਸਕਣ। ਆ ਬਹੁਤ ਜੋਸ਼ ਬਹੁਤ ਲਿਆਉਂਦੇ ਹੋ। ਹਾਂਜੀ ਹਾਂਜੀ ਹਾਂਜੀ, ਬਹੁਤ ਵਧੀਆ, ਉਹ ਇੱਕ ਤਰ੍ਹਾਂ ਟੈਲੈਂਟ ਕਹਿ ਦਿਓ ਤੁਸੀਂ। ਮਾਡਰਨ ਸਟਾਈਲਿਸ਼, ਜਦ ਵੀ ਘਰ ਨੂੰ ਸਜਾਉਣ ਬਾਰੇ ਸੋਚਦੇ ਆ ਤੇ ਇਹੀ ਚੀਜ਼ਾਂ ਖਿਆਲ ਚ ਆਉਂਦੀਆਂ ਨੇ। ਤੇ ਇਸ ਨਵੇਂ ਸਾਲ ਵਿੱਚ ਆਪਣੇ ਘਰ ਨੂੰ ਮੈਂ ਖੂਬਸੂਰਤੀ ਨਾਲ ਸਜਾਉਣ ਬਾਰੇ ਪੂਰਾ ਇਰਾਦਾ ਕਰਦੇ ਆ, ਤੇ ਇਸ ਲਈ ਮੈਂ ਜਾ ਰਹੀ ਹਾਂ ਜੈਕਸ ਫਰਨੀਚਰ। ਨਿਊ ਈਅਰ ਵਿੱਚ ਆਪਣੇ ਘਰ ਨੂੰ ਦੇਣੀ ਹੈ ਨਿਊ ਲੁੱਕ, ਤਾਂ ਵਿਜ਼ਿਟ ਜੈਕਸ ਫਰਨੀਚਰ। ਫਰਨੀਚਰ ਅਤੇ ਮੈਟਰੈਸਸ ਦੇ ਨਵੇਂ ਡਿਜ਼ਾਈਨ ਇਨ ਸਟਾਕ ਹਨ। ਜੈਕਸ ਕਾਰਡ ਨਾਲ ਖਰੀਦਾਰੀ ਕਰਨ ਤੇ ਡੋਂਟ ਪੇ ਟਿਲ 2023 ਔਨ ਅਪਰੂਵਡ ਕ੍ਰੈਡਿਟ। ਜੈਕਸ ਦੀ ਸਰਵਿਸ, ਸਿਲੈਕਸ਼ਨ ਤੇ ਪ੍ਰਾਈਸ ਨੂੰ ਕੋਈ ਬੀਟ ਨਹੀਂ ਕਰ ਸਕਦਾ। 2 ਲੋਕੇਸ਼ਨਸ, ਐਬਸਫੋਰਡ ਐਂਡ ਲੈਂਗਲੀ। ਵਿਜ਼ਿਟ jacksfurniture.ca। मैं है कॉन्डो किंग सखजीवन सिंह राय, ओल्डवेल बैंकर, यूनिवर्सल रियल्टी, कॉन्डो प्रीसेल, 104 एवेन्यू, सरी सिटी सेंटर, यूनिवर्सिटी ਦੇ ਬਿਲਕੁਲ ਸਾਹਮਣੇ। 600 ਤੋਂ ਵੱਧ ਸਵੀਟਸ, 45 ਮੰਜ਼ਲ। ਤੁਸੀਂ ਆਪਦਾ ਮਹਾਰਾਜਾ ਆਲੀਸ਼ਾਨ ਕੱਚ ਦੀਆਂ ਕੰਧਾਂ, 2 ਬੈਡਰੂਮ 2 ਵਾਸ਼ਰੂਮ ਨਾਲ ਪਾਰਕਿੰਗ। ਹੌਲੀ ਬੁੱਕ ਕਰੋ 7788964113। ਕੌਂਡੋ ਕਿੰਗ ਸਖਜੀਵਨ ਸਿੰਘ ਰਾਏ। ਦਲਿੱਦਰ ਦੀ ਜੜ ਚੁੱਲ੍ਹੇ ਪਾਏ। ਫਰੂਟੀ ਕੈਨਾ ਵੱਲੋਂ ਆਪ ਸਭ ਨੂੰ ਲੋਹੜੀ ਦੀਆਂ ਲੱਖ ਲੱਖ ਵਧਾਈਆਂ। ਸਾਰੇ ਇਲੈਕਟ੍ਰੀਕਲ ਅਤੇ ਮਕੈਨੀਕਲ ਅਪ੍ਰੈਂਟਿਸਸ, ਜਰਨੀਮੈਨ ਅਤੇ ਫੋਰਮੈਨ ਲਈ ਜ਼ਰੂਰੀ ਸੂਚਨਾ। ਕੀ ਤੁਸੀਂ ਵੈਨਕੂਵਰ ਦੇ ਟੌਪ ਪ੍ਰੋਜੈਕਟਸ ਤੇ ਕੰਮ ਕਰਨਾ ਚਾਹੁੰਦੇ ਹੋ ਅਤੇ ਜ਼ਿਆਦਾ ਤਨਖਾਹ, ਬੈਨੀਫਿਟਸ ਅਤੇ ਪੈਨਸ਼ਨ ਕਮਾਉਣਾ ਚਾਹੁੰਦੇ ਹੋ? ਕੀ ਤੁਸੀਂ ਘੱਟ ਤਨਖਾਹ ਤੋਂ ਥੱਕ ਗਏ ਹੋ? ਜੇ ਤੁਸੀਂ ਬਿਹਤਰ ਕੈਰੀਅਰ ਓਪਰਚੁਨਿਟੀ ਦੀ ਤਲਾਸ਼ ਵਿੱਚ ਹੋ ਤਾਂ ਅੱਜ ਹੀ ਇੰਦਰਦੀਪ ਸਿੰਘ ਨੂੰ ਕਾਲ ਕਰੋ 2368338554। ਇਹਨਾਂ ਦੇ ਪੂਰੇ ਵੈਨਕੂਵਰ ਅਤੇ ਲੋਅਰ ਮੇਨਲੈਂਡ ਵਿੱਚ ਹਾਈ ਰਾਈਜ਼ ਕਮਰਸ਼ੀਅਲ ਅਤੇ ਇੰਡਸਟਰੀਅਲ ਪ੍ਰੋਜੈਕਟਸ ਹਨ। ਕਾਲ ਇੰਦਰਦੀਪ ਸਿੰਘ 2368338554। ਤੂੰ ਬੜੇ ਸਟ੍ਰੈਸ 'ਚ ਲੱਗ ਰਿਹਾ। ਬਿਜ਼ਨਸ 'ਚ ਸਭ ਠੀਕ ਠਾਕ ਤਾਂ ਹੈ? ਬਿਜ਼ਨਸ ਤਾਂ ਚੰਗਾ ਚੱਲ ਰਿਹਾ ਯਾਰ, ਪਰ ਆ ਕੰਮ ਲਈ ਬੰਦੇ ਹੀ ਨਹੀਂ ਮਿਲਦੇ। ਮੈਨੂੰ ਲੱਗਦਾ ਹੈ ਕੁਝ ਲੋਕ ਘਰੇ ਬਹਿ ਕੇ ਆ ਬੈਨੀਫਿਟਸ ਹੀ ਨਾ ਲਈ ਜਾਂਦੇ ਹੋਣ। ਸਮਝ ਨਹੀਂ ਆਂਦਾ ਕਮਿਟਮੈਂਟਸ ਕਿਵੇਂ ਪੂਰੀਆਂ ਕਰੂੰ। ਡੋਂਟ ਵਰੀ, ਕਾਲ CWC। ਇਹ ਸਿਰਫ 30 ਦਿਨਾਂ ਦੇ ਅੰਦਰ ਵਿetnam ਜਾਂ ਹਾਂਗਕਾਂਗ ਤੋਂ ਵਰਕਰਸ ਮੰਗਾ ਦੇਣਗੇ। ਕੰਸਟਰਕਸ਼ਨ ਬਿਜ਼ਨਸ ਜਾਂ ਫੈਮਿਲੀ ਵਰਕਰਸ ਚਾਹੀਦੇ ਨੇ ਤਾਂ ਕਾਲ CWC। Surrey 604-598-5555, Abbotsford 604-852-4444 or visit cwccanada.com।
ਬਈ ਜਦ ਗੱਲ ਬਾਥਰੂਮ ਐਕਸੈਸਰੀਜ਼, ਸ਼ਾਨਦਾਰ ਫੌਸੈਟਸ, ਸਿੰਕਸ। For more entertainment, download the Red FM app from the Google Play Store and Apple App Store now. Just one click. ਬਈ ਬਾਥਰੂਮ ਸਟਾਈਲਿਸ਼ ਤੇ ਮਾਡਰਨ ਹੋਣਾ ਚਾਹੀਦਾ ਹੈ ਤੇ ਫਾਈਬਰਟੈਕ ਦੀਆਂ ਐਕਸੈਸਰੀਜ਼ ਇਸ ਨੂੰ ਮਾਡਰਨ ਲੁੱਕ ਦੇ ਸਕਦੀਆਂ ਨੇ। 3 locations to serve you: Surrey, Vancouver and Coquitlam. Call 604-507-2199. Fibertech. ਰੈਡ ਐਫ ਐਮ ਸੁਣ ਰਹੇ ਤੁਸੀਂ 89.1 ਤੇ 93.1 CKYE। ਅੱਜ ਸਾਡੇ ਨਾਲ ਵਤਨਦੀਪ ਸਿੰਘ ਭੁੱਲਰ ਆਏ ਹੋਏ ਨੇ ਸਟੂਡੀਓਜ਼ ਦੇ ਵਿੱਚ, ਜਿਹੜੇ ਕਮਾਲ ਦੇ ਘੋੜਸਵਾਰ ਨੇ ਅਤੇ ਉਹ ਟੀਮ ਕੈਨੇਡਾ ਵੱਲੋਂ ਵੀ ਓਮਾਨ ਦੇ ਵਿੱਚ ਨੇਜੇਬਾਜ਼ੀ 'ਚ ਟੌਪ 5 ਦੇ ਵਿੱਚ ਆਏ ਨੇ। ਸੋ ਅੱਜ ਉਹ ਸਾਨੂੰ ਦੱਸ ਰਹੇ ਨੇ ਕਿ ਕਿੰਨੀ ਕਿਸਮ ਦੇ ਘੋੜੇ ਨੇ ਔਰ ਘੋੜਿਆਂ ਦੀ ਟ੍ਰੇਨਿੰਗ ਬਾਰੇ ਜਿਹੜੀ ਗੱਲ ਚੱਲਦੀ ਆ, ਕਿਉਂਕਿ ਮੈਂ ਦੇਖਿਆ ਕਈ ਵਾਰੀ ਕਈ ਇੰਡੀਆ ਦੇ ਵਿੱਚ ਤਾਂ ਉਹਨਾਂ ਨੂੰ ਮਾਰ ਕੁੱਟ ਵੀ ਕਰਦੇ ਘੋੜਿਆਂ ਨੂੰ। ਹਾਂਜੀ। ਛਮਕ ਮਾਰ ਦੇਣੀ ਜਾਂ ਹੋਰ। ਹਾਂਜੀ। ਪਰ ਇੱਥੇ ਟ੍ਰੇਨਿੰਗ ਜਿਹੜੀ ਉਹ ਵੱਖਰੇ ਤਰੀਕੇ ਨਾਲ ਦਿੱਤੀ ਜਾ ਰਹੀ ਘੋੜਿਆਂ ਨੂੰ। ਹਾਂਜੀ, ਇੱਥੇ ਟ੍ਰੇਨਿੰਗ ਬਹੁਤ ਜ਼ਿਆਦਾ ਕਹਿੰਦਾ ਵੀ ਜ਼ਮੀਨ ਅਸਮਾਨ ਦਾ ਫਰਕ ਹੈਗਾ ਜੀ। ਮਤਲਬ ਇੱਥੇ ਆ ਕੇ ਤੁਸੀਂ ਘੋੜੇ ਕਿਵੇਂ ਥਿੰਕ ਕਰਦੇ ਆ ਤੁਸੀਂ ਘੋੜੇ ਨੂੰ, ਮਤਲਬ ਜੇ ਕਈ ਵਾਰੀ ਘੋੜੇ ਅੜਬ ਹੁੰਦੇ ਆ, ਆਪਾਂ ਇੰਡੀਆ ਕੁੱਟ ਵਗੈਰਾ ਲੈਂਦੇ ਸੀਗੇ ਜਾਂ ਮਤਲਬ ਲੋਕੀ ਕੁੱਟਦੇ ਨੇ, ਇੱਥੇ ਉਹ ਅਲਾਊਡ ਨਹੀਂ ਹੈਗਾ ਜੀ, ਕਿਉਂਕਿ ਫਿਰ ਐਨੀਮਲ ਕ੍ਰੂਅਲਟੀ ਵਾਲਾ ਸਿਸਟਮ ਸਾਰਾ ਚੱਲਦਾ ਹੈਗਾ ਨਾਲ ਨਾਲ। ਫਿਰ ਇੱਥੇ ਟੈਪ ਸਿਸਟਮ ਕਹਿੰਦੇ ਜੀ, ਥੋੜ੍ਹਾ ਟੈਪ ਕਰੋ ਉਹਨੂੰ, ਮਤਲਬ ਘੋੜੇ ਦਾ ਦਿਮਾਗ ਉੱਥੇ ਲਾਓ ਤੁਸੀਂ, ਮਤਲਬ ਕੁੱਟ ਕੇ ਨਾ ਕੁਛ ਕਰੋ, ਉਹਨੂੰ ਦਿਮਾਗ ਨੂੰ ਟ੍ਰੇਨਡ ਕਰੋ ਵੀ ਕਿਵੇਂ ਉਹ ਥਿੰਕ ਕਰਦਾ ਹੈਗਾ। ਜਿਵੇਂ ਕੋਈ ਵੀ ਕਮਾਂਡ ਦੇਣੀ ਹੈਗੀ ਹੈ ਘੋੜੇ ਨੂੰ ਤੁਸੀਂ, ਇਹ ਮਤਲਬ ਇੱਥੇ 4 ਸਟਰਾਈਡ ਸਿਸਟਮ ਕਹਿ ਦਿੰਦੇ ਆ ਉਹਨੂੰ, ਮਤਲਬ 4 ਸਟਰਾਈਡ, ਜਿਵੇਂ ਪਹਿਲਾਂ ਉਹਨੂੰ ਤੁਸੀਂ ਉਹਦਾ ਮੈਸੇਜ ਦਿਓ ਵੀ ਮੈਂ ਆਹ ਕਰਨਾ ਹੈਗਾ, ਫਿਰ ਮਤਲਬ ਉਹਨੇ ਟਾਈਮ 'ਚ ਘੋੜੇ ਦੇ ਮਤਲਬ ਪ੍ਰੋਸੈਸ ਕਰਦਾ ਦਿਮਾਗ ਨੂੰ, ਮੁੜਨਾ ਜਾਂ ਕੁਛ ਵੀ ਕਰਨਾ, ਮਤਲਬ ਪ੍ਰੋਐਕਟਿਵ ਰਹਿਣਾ ਪੈਂਦਾ ਹੈਗਾ। ਜਿਹੜੇ ਭੱਜੇ ਜਾਂਦੇ ਘੋੜੇ 'ਤੇ ਚੜ੍ਹਨਾ, ਇਹ ਪ੍ਰੋਸੈਸ ਆ। ਹਾਂਜੀ। ਮੈਂ ਦੇਖਿਆ ਇੱਥੇ ਕਈ ਵਾਰੀ ਚੜ੍ਹਨ ਦੇ ਤਰੀਕੇ ਵੱਖਰੇ ਵੱਖਰੇ ਆ। ਹਾਂਜੀ ਹਾਂਜੀ, ਇੱਥੇ ਆਪਣੇ ਜਿਹੜੇ ਕਈ ਉਹ ਸਟੰਟ ਵਗੈਰਾ ਕਰਦੇ ਆ, ਜਿਹੜੇ ਉੱਪਰ ਛਾਲ ਮਾਰ ਕੇ ਚੜ੍ਹਦੇ ਆ ਜ਼ਿਆਦਾ, ਇੱਥੇ ਘੋੜੇ ਦੀ ਟੌਪ ਲਾਈਨ ਜਾਂ ਆਪਾਂ ਬੈਕ ਕਹਿ ਦਈਏ, ਬੈਕ ਨੂੰ ਜ਼ਿਆਦਾ ਮੇਜਰ ਮੰਨਦੇ ਆ, ਕਿਉਂਕਿ ਇੱਥੇ ਮਾਊਂਟਿੰਗ ਦੇ ਆਪਣੇ ਉਹ ਬਲੋਕਸ ਜੇ ਹੁੰਦੇ ਆ, ਤੁਸੀਂ ਉਹਦੇ ਉੱਪਰ ਮਤਲਬ ਪੌੜੀਆਂ ਵਾਂਗੂ ਚੜ੍ਹ ਕੇ ਨਾਲ ਚੜ੍ਹੋ, ਵੀ ਹੌਲੀ ਜਿਹੇ ਘੋੜੇ ਦੀ ਬੈਕ ਦੇ ਉੱਪਰ ਚੜ੍ਹੋ। ਬਾਕੀ ਇੱਥੇ ਇੱਕ ਮੇਜਰ ਡਿਫਰੈਂਸ ਹੈਗਾ ਜੀ, ਘੋੜੇ ਦੀ ਜ਼ਿਆਦਾ ਇੱਥੇ ਬਹਿ ਕੇ ਨਹੀਂ ਰਾਈਡਿੰਗ ਕਰਦੇ ਹੈਗੇ, ਜਿਵੇਂ ਜਮਾਂ ਉੱਪਰ ਬਹਿ ਜਾਂਦੇ ਆ, ਥੋੜ੍ਹਾ ਜਿਹਾ ਮਤਲਬ ਜਿਵੇਂ ਕਰਦੇ ਰਹਿੰਦੇ ਆ, ਖੜ੍ਹਦੇ ਆ ਉਹਨੂੰ। ਹਾਂਜੀ, ਉਹਨੂੰ ਰੇਸਿੰਗ ਕਹਿੰਦੇ, ਟਰੌਟ ਜਿਹੜੀ ਜਿਵੇਂ ਡਿਫਰੈਂਟ ਚਾਲਾਂ ਨੇ, ਟਰੌਟ ਆ ਗਈ, ਉਦੋਂ ਬਾਅਦ ਕੈਂਟਰ ਆ ਗਿਆ, ਫਿਰ ਗੈਲਪ ਆ ਗਿਆ, ਐਵੇਂ ਟਰੌਟਿੰਗ ਵਿੱਚ ਤੁਸੀਂ ਉਹਨੂੰ, ਜੇ ਤੁਸੀਂ ਉੱਪਰ ਬੈਠੇ ਰਹੋਗੇ ਤੁਸੀਂ ਜ਼ਿਆਦਾ ਮਤਲਬ ਬੁੜਕਦੇ ਹੋ, ਕੰਫਰਟੇਬਲ ਨਹੀਂ ਹੁੰਦਾ ਹੈਗਾ। ਜੇ ਤੁਸੀਂ ਜਿਵੇਂ ਇੱਕ ਔਡ ਸਟਰਾਈਡ ਤੁਸੀਂ ਜਦੋਂ ਫਿਰ ਖੜ੍ਹ ਜਾਂਦੇ, ਫਿਰ ਬੈਠ ਕੇ ਖੜ੍ਹ ਜਾਂਦੇ ਹੋ ਨਾ, ਉਹਦੇ ਨਾਲ ਤੁਸੀਂ ਮਤਲਬ ਇੱਕ ਥੋੜ੍ਹੀ ਸਮੂਥ ਰਹਿੰਦੀ ਹੈ ਰਾਈਡ, ਬੇਸਿਕਲੀ ਇਹ ਕਹਿ ਸਕਦੇ ਹਾਂ ਆਪਾਂ। ਬਾਕੀ ਜਦੋਂ ਤੁਸੀਂ ਜ਼ਿਆਦਾ ਨਹੀਂ ਬਹਿੰਦੇ, ਘੋੜੇ ਦੀ ਬੈਕ ਵੀ ਇੰਨੀ ਸੋਰ ਨਹੀਂ ਹੁੰਦੀ ਹੈਗੀ, ਅਤੇ ਥੋੜ੍ਹੇ ਮਤਲਬ 5 ਆਪਣੇ ਕਿਲੋ ਵਾਂਗੂ ਤੁਸੀਂ ਥੋੜ੍ਹਾ ਆਪਣਾ ਹੀਲਸ ਦੇ ਵਿੱਚ ਭਾਰ ਜ਼ਿਆਦਾ ਰੱਖਦੇ ਆ ਇੱਥੇ, ਨਾ ਗੋਡਿਆਂ ਤੋਂ ਫੜਦੇ ਹੈਗੇ ਆ, ਨਾ ਲੱਤਾਂ ਨਾਲ ਟਾਈਟ ਨਹੀਂ ਕਰਦੇ। ਜਿੰਨੇ ਤੁਸੀਂ ਲੱਤਾਂ ਮਤਲਬ ਆਪਣੀਆਂ ਲੂਜ਼ ਰੱਖੋਗੇ, ਓਨਾ ਘੋੜਾ ਤੁਹਾਨੂੰ ਵਧੀਆ ਸਵਾਰੀ ਦਿੰਦਾ ਹੈਗਾ। ਅਤੇ ਫਿਊਚਰ ਕੀ ਗੋਲਸ ਨੇ ਤੁਹਾਡੇ ਆਪਣੇ? ਫਿਊਚਰ ਮੇਰਾ ਗੋਲ ਹੈਗਾ ਜੀ, ਇੱਕ ਤਾਂ ਆਪਣੀ ਇੱਥੇ ਕਮਿਊਨਿਟੀ ਹੋਵੇ, ਜਿਵੇਂ ਆਪਣਾ ਸਿੱਖ ਮੋਟਰਸਾਈਕਲ ਕਲੱਬ ਵੀ ਹੈਗਾ, ਸਾਰਾ ਕੁਛ ਹੈਗਾ, ਸਿੱਖ ਰਾਈਡਿੰਗ ਕਲੱਬ ਵੀ ਚਾਹੀਦਾ ਹੈਗਾ ਆਪਾਂ ਨੂੰ। ਇੱਕ ਫਿਰ ਨਾਲ ਆਪਣਾ ਪ੍ਰੋਪਰ ਬਾਰਨ ਅਤੇ ਟ੍ਰੇਨਿੰਗ ਅਤੇ ਬਰੀਡਿੰਗ ਦਾ ਮੇਰਾ ਮਤਲਬ ਫਿਊਚਰ ਗੋਲ ਹੈਗਾ ਵੀ ਉਹ ਹੋਵੇ ਇੱਥੇ ਆਪ ਦਾ ਫਾਰਮ ਵਗੈਰਾ, ਅਤੇ ਉੱਥੇ ਆਪਣੇ ਬੱਚਿਆਂ ਨੂੰ ਮਤਲਬ ਟ੍ਰੇਨਡ ਕੀਤਾ ਜਾਵੇ ਅਤੇ ਹੌਲੀ ਹੌਲੀ ਅੱਗੇ ਦੀ ਅੱਗੇ ਲੈ ਕੇ ਜਾਂਦਾ। ਬਾਕੀ ਇੱਕ ਜਿਵੇਂ ਕਹਿ ਲਓ ਵੀ ਬੱਚਿਆਂ ਨੂੰ ਇਨਵੋਲਵ ਕਰਨ ਵਾਸਤੇ ਅਤੇ ਮਤਲਬ ਹੋਰ ਬਾਕੀ ਚੀਜ਼ਾਂ ਤੋਂ ਦੂਰ, ਜਿਵੇਂ ਨਸ਼ਿਆਂ ਜਾਂ ਹੋਰ ਚੀਜ਼ਾਂ ਤੋਂ ਦੂਰ ਰੱਖਣ ਵਾਸਤੇ ਵੀ ਬਹੁਤ ਵਧੀਆ ਇੱਕ ਐਕਟੀਵਿਟੀ ਹੋਊਗੀ ਇਹ, ਮਤਲਬ ਜਿਹੜੀ ਇੱਕ ਲਾਈਫ ਸਟਾਈਲ ਬਣ ਜਾਂਦਾ ਹੈਗਾ। ਜੇ ਤੁਸੀਂ ਘੋੜੇ ਨਾਲ ਤੁਹਾਡਾ ਮਤਲਬ ਰਾਈਡਿੰਗ ਕਰਨ ਲੱਗੇ ਨੂੰ ਐਵਰੀ ਡੇ ਵਾਂਗੂ ਜਾਣਾ ਪੈਂਦਾ, ਵੀਕਐਂਡਸ 'ਤੇ ਜਾਣਾ ਪੈਂਦਾ, ਅਤੇ ਜਦੋਂ ਤੁਹਾਡੇ ਮਤਲਬ ਔਡ ਟਾਈਮ ਜੇ ਮਤਲਬ ਗਲਤ ਮਤਲਬ ਚੀਜ਼ਾਂ ਦਾ ਟਾਈਮ ਹੁੰਦਾ, ਉਹ ਤੁਹਾਨੂੰ ਉਹਨਾਂ ਤੁਸੀਂ ਫਿਰ ਆਕੂਪਾਈਡ ਰਹਿੰਦੇ ਹੋ। ਇੱਥੇ ਲੋਅਰ ਮੇਨਲੈਂਡ 'ਤੇ ਜਾਂ ਸਰੀ ਦੇ ਆਲੇ ਦੁਆਲੇ ਫੈਸਿਲਿਟੀਜ਼ ਹੈਗੀਆਂ ਨੇ ਜਿੱਥੇ ਜਾ ਕੇ ਤੁਸੀਂ ਬੱਚਿਆਂ ਨੂੰ ਟ੍ਰੇਨਿੰਗ ਵਗੈਰਾ ਦਵਾ ਸਕਦੇ ਹੋ? ਹਾਂਜੀ, ਇੱਥੇ ਹੈਗੀਆਂ ਨੇ ਕਾਫੀ। ਬਾਕੀ ਜਦੋਂ ਆਪਣਾ ਫਿਰ ਥੋੜ੍ਹਾ ਐਕਸਪੈਂਸਿਵ ਹੋ ਜਾਂਦਾ ਹੈਗਾ ਜੀ, ਜੇ ਤੁਸੀਂ ਐਵਰੀ ਡੇ ਜਿਵੇਂ ਤੁਸੀਂ ਆਪਣੇ 50 ਤੋਂ ਲੈ ਕੇ 150 ਤੱਕ ਦੇ ਲੈਸਨਸ ਹੈਗੇ ਆ 45 ਮਿੰਟਾਂ ਦੇ, ਫਿਰ ਉਹ ਕੋਪ ਕਰਨਾ ਥੋੜ੍ਹਾ ਜਿਹਾ ਔਖਾ ਹੋ ਜਾਂਦਾ ਹੈਗਾ। ਮੇਰਾ ਇਹ ਫਿਊਚਰ ਹੈਗਾ ਵੀ
ਆਪਣਾ ਕਹਿ ਲਓ ਵੀ ਮੇਕਿੰਗ ਰਾਈਡਿੰਗ ਅਫੋਰਡੇਬਲ ਕਰਨੀ ਹੈਗੀ ਹੈ ਇੱਥੇ। ਅੱਛਾ। ਹਾਂਜੀ, ਵੀ ਮਤਲਬ ਵਧੀਆ ਅਤੇ ਥੋੜ੍ਹੀ ਮਤਲਬ ਕਾਸਟ ਇਫੈਕਟਿਵ ਹੋਵੇ, ਵੀ ਕੋਈ ਆਪਣੀ ਕਮਿਊਨਿਟੀ ਨੂੰ ਹੈਲਪ ਵੀ ਹੋਵੇ ਨਾਲ ਨਾਲ। ਜਿਹੜੇ ਰੇਸ ਕੋਰਸ ਦੇ ਘੋੜੇ ਆ, ਜਿਹੜੇ ਸਪੀਡਰ ਨੇ ਪੂਰੇ, ਹਾਂਜੀ ਫਿਰ ਕੁਝ ਸਾਲਾਂ ਬਾਅਦ ਮੇਰਾ ਖਿਆਲ ਆ ਉੱਥੋਂ ਖਰੀਦਿਆ ਜਾ ਸਕਦਾ ਘੋੜਾ। ਹਾਂਜੀ। ਜਿਹੜਾ ਰੇਸ ਕੋਰਸ 'ਚੋਂ ਲਿਆਂਦਾ ਹੋਇਆ 8-7 ਹਾਂਜੀ। ਸਾਲ ਦੀ ਉਮਰ ਦਾ, ਐਵਰੇਜ ਕਿੰਨੀ ਉਮਰ ਆ ਘੋੜੇ ਦੀ? ਐਵਰੇਜ ਆਪਾਂ 20-25 ਮੰਨ ਕੇ ਚੱਲੋ ਜੀ, ਇੱਥੋਂ ਦੇ ਹਿਸਾਬ ਨਾਲ 25। ਹਾਂਜੀ। ਜੇ 10 ਸਾਲ ਦਾ ਘੋੜਾ ਲੈ ਆਂਦਾ ਤੁਸੀਂ ਹਾਂਜੀ ਅਧਖੜ, ਹਾਂਜੀ। ਉਹ ਬੈਟਰ ਹੈ ਜਾਂ ਕਿ ਜਿਹੜੇ ਅਲਕ ਵਿਛੇਰੀਆਂ ਨੇ ਜਾਂ ਅਲਕ ਵਿਛੇਰੇ ਆ ਉਹ ਜ਼ਿਆਦਾ ਉਹ ਬ੍ਰੇਕ ਇਨ ਕਰਨੇ ਚਾਹੀਦੇ ਨੇ? ਇਹ ਡਿਪੈਂਡ ਕਰਦਾ ਕਿ ਤੁਹਾਡਾ ਮਤਲਬ ਫਿਊਚਰ ਗੋਲ ਕੀ ਹੈਗਾ। ਜਿਵੇਂ ਥੋੜ੍ਹੇ ਰੇਸ ਕੋਰਸ ਤੋਂ ਜੇ ਆਪਾਂ ਥੋੜ੍ਹੇ ਟ੍ਰੇਨਿੰਗ ਦੀ ਗੱਲ ਕਰਦੇ ਸੀ, ਬੱਚਿਆਂ ਨੂੰ ਟ੍ਰੇਨਿੰਗ ਹਾਂਜੀ ਦੇਣੀ ਹਾਂਜੀ ਹੈ। ਹਾਂਜੀ, ਉਹਦੀ ਰਿਟਾਇਰਡ ਘੋੜਾ ਲੈ ਲਵੇ ਤਾਂ ਮਤਲਬ ਹੁੰਦਾ 3-4 ਸਾਲਾਂ ਦੀ, 4 ਸਾਲ ਹੱਦ ਹੁੰਦੀ ਹੈ ਉਮਰ ਘੋੜੇ ਦੀ। 3 ਸਾਲ ਦੇ ਨੂੰ ਰਿਟਾਇਰ ਕਰ ਦਿੰਦੇ ਆ ਰੇਸਿੰਗ ਦੇ ਉੱਪਰ, ਰੇਸਿੰਗ ਦੇ ਆਪਣੇ ਹੇਸਟਿੰਗ ਇੱਥੇ ਰੇਸ ਕੋਰਸ ਦੇ ਉੱਪਰ, ਜਾਂ 4 ਦਾ ਹੁੰਦਾ। ਅਤੇ ਜਿਹੜਾ ਜੇ ਥੋੜ੍ਹਾ ਜਿੱਤਿਆ ਹੋਵੇ ਉਹਨਾਂ ਨੂੰ ਮਤਲਬ ਫਿਰ ਉਹ ਸਾਡੇ ਜਿਵੇਂ ਜਿਹੜੇ ਥੋੜ੍ਹੇ ਟ੍ਰੇਨਡ ਰਾਈਡਰ ਹੈਗੇ ਜਾਂ ਟ੍ਰੇਨਰਸ ਕੋਲ ਆ ਜਾਂਦੇ ਆ, ਫਿਰ ਅਸੀਂ ਉਹਨਾਂ ਨੂੰ ਮਤਲਬ ਇੱਕ ਤਰ੍ਹਾਂ ਦਾ ਦੁਬਾਰੇ ਉਹਨਾਂ ਨੂੰ ਆਉਣ ਵਾਸਤੇ ਕਹਿ ਲਓ ਵੀ ਲੈਸਨਸ ਵਾਸਤੇ ਜਾਂ ਕੰਪੀਟੀਸ਼ਨ ਵਾਸਤੇ, ਜੰਪਿੰਗ ਵਾਸਤੇ, ਕਿਉਂਕਿ ਰੇਸਿੰਗ 'ਚ ਉਹਨਾਂ ਦਾ ਕਰੀਅਰ ਖਤਮ ਹੋ ਜਾਂਦਾ, ਦੁਬਾਰਾ ਉਹਨਾਂ ਨੂੰ ਮਤਲਬ ਪ੍ਰੋਪਰ ਜ਼ਿੰਦਗੀ ਦੇਣ ਵਾਸਤੇ ਕਹਿ ਸਕਦੇ ਹਾਂ ਆਪਾਂ। ਟ੍ਰੇਨਿੰਗ ਉਹਨਾਂ ਨੂੰ ਹੁੰਦੀ ਆ? ਨਹੀਂ, ਟ੍ਰੇਨਿੰਗ ਦੁਬਾਰਾ ਦੇਣੀ ਪੈਂਦੀ, ਰੀਟ੍ਰੇਨ ਕਰਨੇ ਪੈਂਦੇ ਜੀ। ਉਹਨਾਂ ਨੂੰ ਸਿਰਫ ਟ੍ਰੇਨਿੰਗ ਹੁੰਦੀ, ਸਿਰਫ ਸਿੱਧਾ ਭੱਜਣ ਦੀ, ਅੰਨ੍ਹੇਵਾਹ। ਅੱਛਾ। ਹਾਂਜੀ, ਮਤਲਬ ਸਿਰਫ ਉਹਨਾਂ ਨੂੰ ਰੇਸ ਦੇ ਵਿੱਚ ਭੱਜਣ ਦੀ ਟ੍ਰੇਨਿੰਗ ਹੁੰਦੀ ਆ। ਉਦੋਂ ਬਾਅਦ ਉਹਨਾਂ ਨੂੰ ਮਤਲਬ ਲੈਸਨਸ ਵਾਸਤੇ, ਵਰਤਣ ਵਾਸਤੇ ਜਾਂ ਕੰਪੀਟੀਸ਼ਨ ਵਾਸਤੇ ਉਹ ਫਿਰ ਅਸੀਂ ਉੱਥੋਂ ਲੈ ਲੈਂਦੇ ਹਾਂ, ਜਾਂ ਫਿਰ ਅਸੀਂ ਉਹਨੂੰ ਟ੍ਰੇਨਡ ਕਰਕੇ ਦੁਬਾਰਾ ਮਤਲਬ ਸੈੱਲ ਕਰ ਦਿੰਦੇ ਹਾਂ, ਇਹੋ ਜਿਹਾ ਕੁਛ ਕਰਦੇ ਆ। ਹੁਣ ਜਿਹੜੇ ਰੋਡੀਓ ਵਾਲੇ ਰੋਪਿੰਗ ਵਗੈਰਾ ਕਰਦੇ ਆ, ਰੱਸਾ ਸੱਟ ਕੇ ਬਛੜੇ ਨੂੰ ਫੜਨਾ, ਹਾਂਜੀ ਹਾਂਜੀ ਔਰ ਘੋੜੇ ਨੂੰ ਇੱਕਦਮ ਘੁਮਾ ਦੇਣਾ, ਹਾਂਜੀ ਹਾਂਜੀ, ਇਹ ਜਿਹੜੀਆਂ ਉਹ ਕਾਰੀਗਰੀਆਂ ਨੇ, ਉਹਦੀ ਟ੍ਰੇਨਿੰਗ ਵੱਖਰੀ ਹੈ? ਹਾਂਜੀ, ਉਹ ਇੱਥੇ ਸਟਾਈਲ ਨਹੀਂ, ਡਿਫਰੈਂਟ ਆਪਣੇ ਰਾਈਡਿੰਗ ਦੇ। ਇੱਕ ਤਾਂ ਜਿਵੇਂ ਇੰਗਲਿਸ਼ ਸਟਾਈਲ ਕਹਿ ਦਿੰਦੇ, ਜਿਹਦੇ 'ਚ ਡਰਸਾਜ, ਜੰਪਿੰਗ ਅਤੇ ਇਵੈਂਟਿੰਗ ਵਗੈਰਾ ਆ ਜਾਂਦੇ, ਜਿਹੜੀ ਉਹਨੂੰ ਵੈਸਟਰਨ ਕਹਿੰਦੇ। ਤੁਸੀਂ ਦੇਖੋ ਇਹਨਾਂ ਦੀਆਂ ਜਿਹੜੀਆਂ ਸੈਡਲਸ ਨੇ, ਉਹ ਸੈਡਲਸ ਵੀ ਡਿਫਰੈਂਟ ਹੁੰਦੀਆਂ ਨੇ ਉਹਨਾਂ ਦੀਆਂ। ਅਤੇ ਜਿਹੜੀਆਂ ਇੰਗਲਿਸ਼ ਵਾਲੀਆਂ ਜਿਹੜੇ ਤੁਸੀਂ ਆਪਾਂ ਸਪੋਰਟਸ ਚੈਨਲਸ ਦੇ ਉੱਪਰ ਦੇਖਦੇ ਹਾਂ, ਜੰਪਿੰਗ ਵਗੈਰਾ, ਜਿਹੜੀ ਕਈ ਕਾਠੀਆਂ ਇਹੋ ਜਿਹੀਆਂ ਨੇ ਹਾਂਜੀ, ਜਿਹਦੇ ਵਿੱਚ ਗਨ ਲਈ ਵੀ ਹੋਲਸਟਰ ਬਣਿਆ ਹੋਇਆ। ਹਾਂਜੀ, ਉਹ ਵੈਸਟਰਨ ਸੈਡਲਸ ਆ ਜਾਂਦੇ, ਉਹ 'ਚ ਸਾਰਾ ਕੁਛ ਹੀ ਆ ਜਾਂਦਾ, ਕਿਉਂਕਿ ਉਹ ਜ਼ਿਆਦਾਤਰ ਬੰਦੇ ਨੇ ਘੋੜੇ ਦੇ ਉੱਪਰ ਥੋੜ੍ਹੀਆਂ ਪਲੈਜਰ ਹੁੰਦੀਆਂ। ਇੱਕ ਉਹਦੇ ਦਾ ਜਿਹੜਾ ਵੇਟ ਹੁੰਦਾ ਡਿਸਟਰੀਬਿਊਟਡ ਹੁੰਦਾ ਘੋੜੇ ਦੀ ਬੈਕ ਦੇ ਉੱਪਰ ਜ਼ਿਆਦਾ, ਅਤੇ ਬਾਕੀ ਉਹ 'ਚ ਤੁਸੀਂ ਜਿਵੇਂ ਉਹ ਸਟੰਟ ਵਗੈਰਾ ਕਰਦੇ ਆ, ਕੀ ਕੁਛ ਨਹੀਂ ਕਰਦੇ ਹੈਗੇ ਉੱਪਰ। ਹਾਂਜੀ ਹਾਂਜੀ, ਉਹਦੇ ਵਾਸਤੇ ਫਿਰ ਉਹ ਜ਼ਿਆਦਾ ਫਰਮ ਰਹਿੰਦੀ ਹੈਗੀ ਆ। ਅਤੇ ਇਵੇਂ ਜਿਹੜੀਆਂ ਰੇਸਿੰਗ ਵਾਸਤੇ ਨੇ ਉਹ ਥੋੜ੍ਹੀਆਂ ਲਾਈਟ ਹੁੰਦੀਆਂ ਨੇ ਸੈਡਲਸ, ਅਤੇ ਉਹਦੀਆਂ ਮਤਲਬ ਸਟੇਰਪਸ ਜਮਾਂ ਉੱਪਰ ਤੱਕ ਲਾਈਆਂ ਹੁੰਦੀਆਂ ਹੈਗੀਆਂ ਨੇ, ਵੀ ਘੱਟ ਤੋਂ ਘੱਟ ਵੇਟ ਹੋਵੇ ਘੋੜੇ ਉੱਪਰ। ਜਿਵੇਂ ਜਿਹੜਾ ਜੋਕੀ ਵੀ 110 ਕੁ ਪਾਉਂਡ ਦਾ ਹੁੰਦਾ, ਉਹ ਛੋਟੇ ਛੋਟੇ ਹੁੰਦੇ। ਹਾਂਜੀ ਹਾਂਜੀ, 110 ਪਾਉਂਡ ਤੱਕ ਹੁੰਦਾ ਜੀ, ਵੱਧ ਤੋਂ ਵੱਧ। ਹਾਂਜੀ, ਮੈਕਸੀਮਮ ਇੰਨਾ ਹੋ ਸਕਦਾ। ਅਤੇ ਕਾਠੀ ਵੀ ਹੌਲੀ ਆ? ਕਾਠੀ ਵੀ ਹੌਲੀ, ਫਿਰ ਜਿਵੇਂ ਵੇਟ ਘੱਟ ਤੋਂ ਘੱਟ ਹੋਵੇ ਘੋੜਾ, ਮਤਲਬ ਸਿਰਫ ਘੋੜੇ ਕੋਲ ਆਪ ਦਾ ਵੇਟ ਹੀ ਹੋਵੇ ਭੱਜਣ ਵਾਸਤੇ। ਕਿੰਨੀ ਸਪੀਡ ਨਾਲ ਘੋੜਾ ਭੱਜ ਸਕਦਾ? ਐਵਰੇਜ ਸਪੀਡ ਕਿੰਨੀ ਕੁ? ਐਵਰੇਜ ਸਪੀਡ ਸਾਡੇ ਇਵੈਂਟ ਦੇ ਵਿੱਚ ਹੈਗੀ, ਜਿਵੇਂ ਆਪਣਾ 100 ਮੀਟਰ 6 ਸੈਕਿੰਡ ਦੇ ਵਿੱਚ ਹੈਗੀ ਆ, ਅਤੇ ਸੌਰੀ 150 ਮੀਟਰ 150 ਮੀਟਰ 6 ਸੈਕਿੰਡ 6 ਸੈਕਿੰਡ ਦੇ ਵਿੱਚ। ਹਾਂਜੀ, ਜਿਹੜੇ ਰੇਸ ਹਾਰਸਿਸ ਨੇ ਉਹ ਤਾਂ ਬਹੁਤ ਤੇਜ਼ ਭੱਜਦੇ। ਉਹ ਤਾਂ ਬਹੁਤ, ਹਾਂਜੀ, ਉਹ ਕਿਉਂਕਿ ਉਹਨਾਂ ਨੂੰ ਖੜਦਿਆਂ ਨੂੰ ਲੱਗ ਜਾਂਦੇ, ਹਾਫ ਮਾਈਲ ਵਾਂਗੂ ਲੱਗ ਜਾਂਦਾ ਖੜਦਿਆਂ ਨੇ, ਇੰਨੇ ਭੱਜੇ ਹੁੰਦੇ ਹੈਗੇ ਉਹ ਤੇਜ਼। ਅੱਛਾ। ਹਾਂਜੀ। ਅਤੇ ਹੁਣ ਤੁਹਾਡਾ ਇਹ ਆਈਡੀਆ ਵੀ ਇੱਥੇ ਕੋਈ ਇਹੋ ਜਿਹਾ ਸਟੇਬਲ ਬਣਾਇਆ ਜਾਏ ਜਿਹਦੇ 'ਚ ਜਿਹੜੇ ਭਾਰਤੀ ਮੂਲ ਦੇ ਜਾਂ ਸਿੱਖ ਬੱਚਿਆਂ ਨੂੰ ਟ੍ਰੇਨਿੰਗ ਦਿੱਤੀ ਜਾਵੇ? ਹਾਂਜੀ। ਉਹਦੇ ਲਈ ਕੋਈ ਫਾਰਮ ਜਾਂ ਕੋਈ ਇਸ ਤਰ੍ਹਾਂ ਦਾ ਖੁੱਲ੍ਹਾ ਥਾਂ ਚਾਹੀਦਾ? ਹਾਂਜੀ, ਫਾਰਮ 5 ਕਿੱਲੇ ਬਹੁਤ ਹੋਣਗੇ। ਫਿਊਚਰ ਦੇ ਵਿੱਚ ਹੌਲੀ ਹੌਲੀ ਲੀਜ਼ ਕਰਨ ਦਾ ਹੈਗਾ ਹੀ ਮੇਰਾ ਪ੍ਰੋਗਰਾਮ, ਵੀ ਲੀਜ਼ ਕਰਕੇ ਇੱਕ ਵਾਰੀ ਸ਼ੁਰੂ ਕੀਤਾ ਜਾਵੇ, ਵੀ ਜਿੱਦਾਂ ਫਿਰ ਰਿਸਪੌਂਸ ਆਊਗਾ ਕਮਿਊਨਿਟੀ ਵੱਲੋਂ, ਫਿਰ ਉਸ ਹਿਸਾਬ ਨਾਲ ਉਹਨੂੰ ਕੰਟੀਨਿਊ ਕੀਤਾ ਜਾਊਗਾ। ਜਿਹੜੇ ਤੁਹਾਡੇ ਮੁੱਢਲੇ ਪਹਿਲੇ ਕੰਪੀਟੀਸ਼ਨ ਸੀ ਉਹਨਾਂ ਬਾਰੇ ਸਾਨੂੰ ਦੱਸੋ, ਤੁਸੀਂ ਕਿੱਥੇ ਕਿੱਥੇ ਕੰਪੀਟ ਕੀਤਾ ਅਤੇ ਫਿਰ ਉਸ ਤੋਂ ਬਾਅਦ ਕਿਵੇਂ ਅੱਗੇ ਵਧੇ? ਪਹਿਲਾਂ ਮੈਂ ਇੰਡੀਆ ਦੇ ਵਿੱਚ ਮੇਰੇ ਕੋਲ ਹੈਗੇ ਅਰਾਊਂਡ 80 ਦੇ ਨੇੜੇ ਤੇੜੇ ਹੈਗੇ ਨੈਸ਼ਨਲ ਮੈਡਲਸ। ਉੱਥੇ ਮੈਂ ਆਪਣੇ ਬੈਸਟ ਰਾਈਡਰ ਵੀ ਬਣਿਆ ਹੈਗਾ ਕੰਟਰੀ ਦਾ। ਅਰਾਊਂਡ ਆਪਣੇ ਅੰਡਰ 12 ਤੋਂ ਸ਼ੁਰੂ ਹੋ ਗਿਆ ਸੀ ਇਹ ਪ੍ਰੋਗਰਾਮ ਸਾਰਾ ਹੀ। ਹੌਲੀ ਫਿਰ ਮੈਂ ਇੱਥੇ ਆ ਗਿਆ ਇੰਟਰਨੈਸ਼ਨਲ ਸਟੂਡੈਂਟ, ਫਿਰ ਇੱਥੇ ਆ ਕੇ ਹੌਲੀ ਹੌਲੀ ਕੰਟੀਨਿਊ ਕੀਤਾ। ਜਿਵੇਂ ਆਪਾਂ ਪਹਿਲਾਂ ਵੀ ਗੱਲ ਕਰੀ, ਸਟਾਰਟਿੰਗ ਦੇ ਵਿੱਚ ਉਹ ਟ੍ਰੇਲਸ ਤੋਂ ਸ਼ੁਰੂ ਕੀਤਾ, ਉਸ ਤੋਂ ਬਾਅਦ ਫਿਰ ਹੌਲੀ ਹੌਲੀ ਇੱਧਰ ਟ੍ਰੇਨਿੰਗ ਪ੍ਰੋਪਰ ਅਤੇ ਕੰਪੀਟੀਸ਼ਨਸ ਇੱਥੇ ਰਿਚਮੰਡ ਦੇ ਵਿੱਚ ਕੀਤੇ ਹੈਗੇ ਆ, ਟੋਰਾਂਟੋ ਦੇ ਵਿੱਚ ਕੀਤੇ ਹੈਗੇ ਇੱਥੇ, ਅਤੇ ਆਪਣੇ ਨੈਸ਼ਨਲ ਟਰਾਇਲਸ ਵੀ ਟੋਰਾਂਟੋ ਹੀ ਹੋਏ ਸੀਗੇ।
ਅੱਛਾ, ਹਾਂਜੀ, ਇੱਥੇ ਵੀ ਮਤਲਬ ਵਧੀਆ ਨੰਬਰਾਂ 'ਚ ਆ ਜਾਂਦਾ ਜੀ। ਸੋ ਉੱਥੇ ਤੁਸੀਂ ਨੈਸ਼ਨਲ ਟਰਾਇਲ 'ਚੋਂ ਸਿਲੈਕਟ ਹੋ ਕੇ ਫਿਰ ਓਮਾਨ ਗਏ ਹੋ ਟੀਮ ਕੈਨੇਡਾ 'ਚ। ਹਾਂਜੀ, ਉਦੋਂ ਬਾਅਦ ਫਿਰ ਉਹਨਾਂ ਨੇ ਥੋੜ੍ਹੀ ਇੰਟਰਵਿਊ ਵਗੈਰਾ ਕੀਤੀ ਸੀਗੀ ਵੀ ਤੂੰ ਇੰਡੀਆ ਤੋਂ ਆਇਆ ਹੈਗਾ, ਵੀ ਤੂੰ ਇੰਡੀਆ ਦੇ ਮਤਲਬ ਅਗੇਂਸਟ ਵੀ ਤੈਨੂੰ ਖੇਡਣਾ ਪੈ ਸਕਦਾ, ਤੇਰੇ ਮਤਲਬ ਇਹੋ ਜਿਹਾ ਕੁਛ ਫਿਰ ਵੇਵਰ ਵਗੈਰਾ ਸਾਈਨ ਕਰਾਏ ਹੈਗੇ। ਉੱਥੇ ਇੰਡੀਆ ਦੀ ਟੀਮ ਵੀ ਆਈ ਹੋਈ ਸੀ? ਨਹੀਂ, ਇੰਡੀਆ ਦੀ ਟੀਮ ਆਈ ਨਹੀਂ ਸੀਗੀ ਇੱਥੇ, ਇਸ ਵਾਰੀ ਨਹੀਂ ਆਈ ਸੀ। ਅੱਛਾ ਅੱਛਾ, ਹਾਂਜੀ, ਉਹ ਅਗਲੇ ਗਰੁੱਪ ਸਟੇਜ ਦੇ ਵਿੱਚ ਆਊਗੀ ਵਰਲਡ ਕੱਪ ਦੇ। ਆਪਾਂ ਇੱਕ ਬ੍ਰੇਕ ਲੈ ਲਈਏ, ਉਸ ਤੋਂ ਬਾਅਦ ਗੱਲਬਾਤ ਚਾਲੂ ਰੱਖਦੇ। चिकन होवे या गोट मीट, क्वालिटी नहीं कोई कर सकता बीट। मैरिनेटेड या रॉ, रेगुलर या स्पाइसी, for fresh and best quality. come to Fraser View meat, come to Fraser View meat। पंजाबियां दी सब तो पुरानी मीट शॉप Fraser View Meats तो लो फ्रेश चिकन, गोट या फिश। Locations in Canada and US. Call 604-992-2900 or visit fraserviewmeats.com। ਇੱਕ ਬੰਦ ਤਾਲਾ ਖੋਲਣਾ ਹੈ ਜਿਸ ਦੀ ਚਾਬੀ ਦਾ ਕੋਈ ਅਤਾ ਪਤਾ ਨਹੀਂ। ਮਾਰਗੇਜ ਅਪਰੂਵ ਕਰਾਉਣ ਦੀ ਟੈਨਸ਼ਨ ਬਿਲਕੁਲ ਇਹੋ ਜਿਹੀ ਹੁੰਦੀ ਹੈ। ਮਾਰਗੇਜ ਦੇ ਤਾਲੇ ਦੀ ਮਾਸਟਰ ਕੀ ਹੈ ਸੰਧੂ ਐਂਡ ਸਰਾਮ ਮਾਰਗੇਜ ਦੇ ਕੋਲ। ਬੈਡ ਕ੍ਰੈਡਿਟ, ਨੋ ਕ੍ਰੈਡਿਟ, ਫਸਟ ਜਾਂ ਸੈਕੰਡ ਮਾਰਗੇਜ, ਇੱਥੋਂ ਤੱਕ ਕਿ ਮਲਟੀ-ਮਿਲੀਅਨ ਡਾਲਰ ਦੀ ਮਾਰਗੇਜ ਵੀ ਅਪਰੂਵ ਕਰਾ ਸਕਦੇ ਹਨ। ਹੈਵੀ ਇਕੁਇਪਮੈਂਟ, ਟਰੱਕ ਤੇ ਟ੍ਰੇਲਰ ਲੋਨਸ ਤੇ ਸਭ ਤੋਂ ਬੈਸਟ ਰੇਟਸ ਦੇਣਗੇ। ਮੇਜਰ ਬੈਂਕਸ ਅਤੇ ਕ੍ਰੈਡਿਟ ਯੂਨੀਅਨਸ ਨਾਲ ਡੀਲ ਕਰਦੇ ਹਨ ਅਤੇ ਇਹਨਾਂ ਕੋਲ ਪ੍ਰਾਈਵੇਟ ਫੰਡਸ ਵੀ ਹਨ। ਕਾਲ ਵਿਕਰਮ ਸਰਾਮ 7785526669 ਜਾਂ ਇਸ਼ਵਿੰਦਰ ਸੰਧੂ 7782413342। ਜੇ ਬੈਂਕ ਨੇ ਕਰ ਦਿੱਤੀ ਨਾ ਤਾਂ ਕਾਲ ਸੰਧੂ ਐਂਡ ਸਰਾਂ। ਖੁੱਲ ਗਿਆ ਜੀ, ਖੁੱਲ ਗਿਆ 88 ਐਵਨਿਊ ਤੇ ਸਰੀ ਦਾ ਬ੍ਰਾਂਡ ਨਿਊ ਸਭ ਤੋਂ ਵੱਡਾ ਇੰਡੀਅਨ ਗਰੋਸਰੀ ਦਾ ਮੇਗਾ ਸਟੋਰ ਚੰਡੀਗੜ੍ਹ ਗਰੋਸਰ 88। ਹਰ ਤਰ੍ਹਾਂ ਦੀ ਫਰੈਸ਼ ਇੰਡੀਅਨ ਗਰੋਸਰੀ ਅਤੇ ਤਾਜ਼ਾ ਮੀਟ ਲੈਣ ਲਈ ਯਾਦ ਰੱਖੋ ਚੰਡੀਗੜ੍ਹ ਗਰੋਸਰ 88। ਸਟੋਰ ਸਵੇਰੇ 8 ਤੋਂ ਰਾਤ 11 ਵਜੇ ਤੱਕ ਖੁੱਲਦਾ ਹੈ। ਘਰ ਦੀ ਜ਼ਰੂਰਤ ਦਾ ਸਾਰਾ ਸਮਾਨ ਤੇ ਵਾਜਬ ਕੀਮਤਾਂ ਦੀ ਗਾਰੰਟੀ ਦਿੰਦੇ ਨੇ। ਚੰਡੀਗੜ੍ਹ ਗਰੋਸਰ 88 ਇੰਡੀਅਨ ਗਰੋਸਰੀ ਦਾ ਮੈਗਾ ਸਟੋਰ। ਖੁੱਲੀ ਡੁੱਲੀ ਪਾਰਕਿੰਗ ਚੰਡੀਗੜ੍ਹ ਗਰੋਸਰ 88 ਐਵਨਿਊ ਤੇ 12070 88 ਐਵਨਿਊ। ਦਲੇਰ, ਸਿਰੜੀ, ਸੂਝਵਾਨ ਅਤੇ ਅਣਥੱਕ ਅਜਿਹੇ ਗੁਣਾਂ ਨਾਲ ਲੋਕ ਵਕੀਲ ਬ੍ਰਿਜ ਮੋਹਨ ਦਾ ਵਰਣਨ ਕਰਦੇ ਹਨ। ਇਮੀਗ੍ਰੇਸ਼ਨ ਜਾਂ ਕ੍ਰਿਮੀਨਲ ਲਾਅ ਕੇਸਸ ਵਿੱਚ ਇਨਸਾਫ ਤੁਹਾਡਾ ਨਿੱਜੀ ਹੱਕ ਹੈ। ਇਸ ਹੱਕ ਨੂੰ ਗਵਾ ਨਾ ਦਿਓ। ਕਾਲ ਯੂਰ ਓਨ ਲਾਇਰ, ਵੀ ਆਰ ਓਨਲੀ ਅ ਫੋਨ ਕਾਲ ਅਵੇ। ਇੰਗਲੈਂਡ ਤੋਂ ਵਕਾਲਤ ਪਾਸ, ਪੰਜਾਬੀਆਂ ਦਾ ਮਾਣ ਤੇ ਮਸ਼ਹੂਰ ਪਿੰਡ ਰਾਏਕੋਟ ਦੀ ਸ਼ਾਨ। ਪਿਛਲੇ 3 ਦਹਾਕਿਆਂ ਤੋਂ ਕੋਰਟ ਕਚਹਿਰੀ ਦੇ ਮੰਨੇ ਪਰਮੰਨੇ ਤਜਰਬੇਕਾਰ ਤੇ ਧੜਲੇਦਾਰ ਵਕੀਲ ਬ੍ਰਿਜ ਮੋਹਨ ਆਫ ਬ੍ਰਿਜ ਮੋਹਨ ਐਂਡ ਐਸੋਸੀਏਟਸ। ਫੋਨ 604-598-0988। ਵਕੀਲ ਬ੍ਰਿਜ ਮੋਹਨ। ਨਿਊ ਮਿਲੇਨੀਅਮ ਟਾਇਰ ਸੈਂਟਰ ਪੋਰਟ ਕੈਲਸ ਵਾਲਿਆਂ ਨੇ ਐਬਸਪੋਰਟ ਦੇ ਨਾਲ ਆਪਣੀਆਂ ਨਵੀਆਂ ਲੋਕੇਸ਼ਨਸ ਕੈਮਲੂਪਸ ਅਤੇ ਪ੍ਰਿੰਸ ਜਾਰਜ ਵਿੱਚ ਵੀ ਖੋਲ੍ਹ ਦਿੱਤੀਆਂ ਹਨ। ਪੋਰਟ ਕੈਲਸ ਅਤੇ ਐਬਸਪੋਰਟ ਵਾਲੀਆਂ ਲੋਕੇਸ਼ਨਸ ਤੋਂ ਟਰੱਕ ਅਤੇ ਕਾਰ ਟਾਇਰ ਅਲਾਈਨਮੈਂਟ, ਏਸੀ ਰਿਪੇਅਰ, ਟਰੱਕ ਅਤੇ ਟ੍ਰੇਲਰ ਰਿਪੇਅਰ ਤੇ ਐਬਸਪੋਰਟ ਵਾਲੀ ਲੋਕੇਸ਼ਨ ਤੋਂ MBA ਇੰਸਪੈਕਸ਼ਨ ਵੀ। ਇਹਨਾਂ ਨੂੰ ਐਬਸਪੋਰਟ ਲੋਕੇਸ਼ਨ ਲਈ ਟਰੱਕ ਮਕੈਨਿਕ ਦੀ ਲੋੜ ਹੈ। LMIA ਵੀ ਅਵੇਲੇਬਲ ਹੈ। ਹੋਰ ਜਾਣਕਾਰੀ ਲਈ ਕਾਲ 6043714555। ਨਿਊ ਮਿਲੇਨੀਅਮ ਟਾਇਰ ਸੈਂਟਰ ਪੋਰਟ ਕੈਲਸ। Hi, this is Ravi Gill from Remax City Realty. This time I bring to you the tallest 45-story skyscraper condo pre-sales in downtown Surrey, featuring studios 1, 2, and 3 beds, walking distance to 3+ colleges and universities, and 2 SkyTrain stations. Prices starting from $299,900. Call us at 604-765-0062. ਅੱਗੇ ਵਾਂਗੂ ਸਮਾਂ ਨਾ ਗਵਾਓ। ਅਸਮਾਨ ਨੂੰ ਛੂੰਦੀ ਇਮਾਰਤ ਵਿੱਚ ਆਪਣਾ ਯੂਨਿਟ ਬੁੱਕ ਕਰਾਓ। ਫੋਨ ਚੱਕੋ ਤੇ ਕਾਲ ਮਿਲਾਓ BC ਦੇ ਨੰਬਰ 1 condo pre-sale expert ਰਵੀ ਗਿੱਲ ਨੂੰ 604-765-0062। ਰੈਡ FM ਸੁਣ ਰਹੇ ਤੁਸੀਂ 89.1 ਤੇ 93.1 CKYE। ਅੱਛਾ ਭੁੱਲਰ ਸਾਹਿਬ, ਇਹ ਘੋੜਿਆਂ ਦੇ ਨਾਂ ਰੱਖੇ ਹੁੰਦੇ ਆ ਕਈਆਂ ਦੇ। ਹਾਂਜੀ, ਨਾਂ ਰੱਖਣਾ ਜ਼ਰੂਰੀ ਹੈ ਫਿਰ ਤੁਹਾਡੇ ਨਾਲ ਥੋੜ੍ਹੀ ਉਹਦੀ ਆਪਸੀ ਰਿਲੇਸ਼ਨਸ਼ਿਪ ਆ ਘੋੜੇ ਨਾਲ ਹੋਰ ਬੈਟਰ ਹੋ ਜਾਂਦਾ, ਘੋੜਾ ਜਿਹੜਾ ਨਜ਼ਦੀਕ ਹੋ ਜਾਂਦਾ ਤੁਹਾਡੇ? ਇਹ ਮੈਨੂੰ ਲੱਗਦਾ ਇਹ ਵਨ ਵੇ ਆ ਵੀ ਕੋਈ ਨਾਮ ਤੋਂ, ਜਿਵੇਂ ਆਪਾਂ ਕੁੱਤੇ ਜਾਂ ਡੌਗਸ ਦਾ ਨਾਮ ਰੱਖ ਲੈਂਦੇ ਆ ਵੀ ਉਹਨੂੰ ਆਪਾਂ ਬੁਲਾਉਣੇ ਉਹ ਭੱਜੇ ਆਉਣਗੇ। ਇਹ ਚੀਜ਼ ਆਪਾਂ ਘੋੜਿਆਂ 'ਚ ਐਕਸਪੈਕਟ ਨਹੀਂ ਕਰ ਸਕਦੇ ਹੈਗੇ। ਮੇਰੇ ਐਕਸਪੀਰੀਅੰਸ ਦੇ ਮਤਲਬ ਕਈ ਹੁੰਦੇ ਆ, ਬਹੁਤ ਗਿਣਵੇਂ 'ਚ ਕਦੇ ਵੀ ਬਹੁਤ ਥੋੜ੍ਹੇ ਹੁੰਦੇ ਆ ਜਿਹੜੇ ਨਾਮ ਦੇ ਨਾਲ ਮਤਲਬ ਘੋੜਾ ਤੁਹਾਡੇ ਬੁਲਾਏ ਤੁਹਾਡੇ ਕੋਲ ਆਊਗਾ। ਇਹੋ ਜਿਹੀ ਨਹੀਂ ਕੋਈ ਗੱਲ ਹੈਗੀ। ਘੋੜੇ ਦਾ ਕੀ ਨਾਮ ਸੀ? ਜਿਹੜਾ ਮੇਰਾ ਇੱਥੇ ਪਹਿਲਾ ਘੋੜਾ ਜੀ ਤੇ ਮੈਂ ਕੰਪੀਟੀਸ਼ਨ ਵਗੈਰਾ ਸ਼ੁਰੂ ਕੀਤੇ ਉਹਦਾ ਨਾਮ ਮੈਂ ਫਤਿਹ ਰੱਖਿਆ ਸੀਗਾ ਜੀ। ਅੱਛਾ, ਹਾਂਜੀ।
ਤੇ ਫਿਰ ਉਹਨਾਂ ਦੀ ਥੋੜੇ ਮੈਦਾਨ ਵੀ ਫਤਿਹ ਕੀਤੇ ਇੱਥੇ, ਤੇ ਉਹਨੇ ਵੀ ਮੈਨੂੰ ਇੱਕ ਤਰ੍ਹਾਂ ਦੀ ਬ੍ਰੇਕ ਤੇ ਥੋੜਾ ਨਾਮ ਦਵਾਤਾ ਸੀਗਾ ਆਪਣੇ ਇੱਥੇ ਹਾਰਸ ਵਰਲਡ ਦੇ ਵਿੱਚ, ਕਮਿਊਨਿਟੀ ਦੇ ਵਿੱਚ ਕਹਿ ਲਓ। ਸਾਡੇ ਇੰਜੀਨੀਅਰ ਨੇ ਪ੍ਰੇਵਾਲ ਸਾਹਿਬ, ਉਹਨਾਂ ਨੇ ਵੀ ਘੋੜਾ ਲਿਆ ਇੱਕ। ਹਾਂਜੀ, ਉਹ ਵੀ ਬਹੁਤ ਐਕਸਾਈਟਡ ਨੇ ਇਹ ਚੀਜ਼ ਬਾਰੇ। ਯਾ ਹਾਂਜੀ, ਉਹਨਾਂ ਦੇ ਘੋੜੇ ਦਾ ਨਾਮ ਹੈਗਾ ਮਾਰਸ਼ਲ। ਅੱਛਾ। ਹਾਂਜੀ, ਉਹਨਾਂ ਦਾ ਮੇਨ ਸ਼ੌਂਕ ਹੈਗਾ ਇੱਥੇ ਟ੍ਰੇਲਸ ਵਗੈਰਾ ਦੇ ਵਿੱਚ ਜਾਣ ਦਾ। ਉਹਨਾਂ ਨੂੰ ਐਂ ਵੀ ਨਾਲ ਮੇਰੇ ਦੋਸਤ ਹੋਣ 4-5 ਤੇ ਅਸੀਂ ਇਕੱਠੇ ਮਤਲਬ ਟ੍ਰੇਲਸ ਦੇ ਵਿੱਚ ਜਾਇਆ ਕਰੀਏ, ਵੀ ਰਿਟਾਇਰ ਹੋ ਕੇ ਥੋੜ੍ਹੇ ਜਿਹੇ ਮਤਲਬ ਨਜ਼ਾਰੇ ਲਈਏ ਹੁਣ ਲਾਈਫ ਦੇ ਘੋੜਿਆਂ ਦੇ ਉੱਪਰ ਤੇ ਇੰਟੀਰੀਅਰ ਦੇ ਵਿੱਚ ਜਾ ਕੇ। ਹਾਂਜੀ। ਅੱਛਾ ਅੱਛਾ ਅੱਛਾ। ਅਤੇ ਘੋੜਸਵਾਰੀ ਦੇ ਵਿੱਚ ਖਾਸ ਤੌਰ ਦੇ ਉੱਤੇ ਜਿਹੜੀਆਂ ਅਸੀਂ ਤਾਂ ਫਿਲਮਾਂ ਵਗੈਰਾ 'ਚ ਬਹੁਤ ਘੋੜੇ ਦੇਖਦੇ ਹਾਂ, ਹਾਂਜੀ, ਉਹਦੇ ਵਿੱਚ ਦਿਖਾਇਆ ਜਾਂਦਾ ਕਈ ਦਫਾ ਕਿ ਮਿੱਥ ਵੀ ਹੈ ਜਾਂ ਸ਼ਾਇਦ ਇਹ ਹਕੀਕਤ ਹੋਏ ਕਿ ਘੋੜਿਆਂ 'ਚ 7th ਸੈਂਸ ਜਾਂ 6th ਸੈਂਸ ਹੈ ਜਿਹੜੀ ਕਿ ਜਿੱਥੇ ਖਤਰਾ ਹੋਵੇ ਤਾਂ ਘੋੜਾ ਅੱਗੇ ਨਹੀਂ ਜਾਂਦਾ। ਤੁਸੀਂ ਕਦੇ ਮਹਿਸੂਸ ਕੀਤਾ ਇਸ ਕਿਸਮ ਦਾ ਆਪਣੀ ਰਾਈਡਿੰਗ ਦੇ ਦੌਰਾਨ? ਹਾਂਜੀ, ਇਹ ਘੋੜੇ ਦੇ ਮਤਲਬ ਆਪਦੇ ਜਿਵੇਂ ਕਹਿ ਲਈਏ ਆਪਾਂ ਟਾਰਪ ਤੋਂ ਘੋੜੇ ਜ਼ਿਆਦਾ ਡਰਦੇ ਹੁੰਦੇ ਆ। ਜਿਵੇਂ ਬਲੂ ਚੀਜ਼ ਕਹਿ ਲਓ ਵੀ ਆਪਣਾ ਕੱਪੜਾ ਵਗੈਰਾ ਕਹਿ ਲਈਏ ਜਾਂ ਪੋਲੀਥੀਨ ਤੋਂ, ਇਹ ਜਿਹੀ ਚੀਜ਼ਾਂ ਮੈਂ ਥੋੜ੍ਹੇ ਜ਼ਿਆਦਾਤਰ ਇਹਦਾ ਡਰ ਵੀ ਟਰੈਵਲ ਕਰਦਾ ਉਹ ਬੰਦੇ ਤੋਂ ਘੋੜੇ ਤੱਕ ਜਾਂਦਾ ਹੈ। ਜੇ ਉੱਪਰੋਂ ਬੰਦਾ ਡਰਿਆ ਹੋਊਗਾ ਫਿਰ ਘੋੜਾ ਵੀ ਤੁਹਾਡਾ ਆਟੋਮੈਟਿਕਲੀ ਡਰ ਜੂਗਾ। ਇਹ ਮਤਲਬ ਜਦੋਂ ਤੁਹਾਡੀ ਆਪਾਂ ਪਹਿਲਾਂ ਵਾਈਬਸ ਦੀ ਗੱਲ ਕਰਕੇ ਹਟੇ ਹਾਂ ਅਤੇ ਉਸ ਤੋਂ ਬਾਅਦ ਘੋੜੇ ਨੂੰ ਟਾਈਟ ਰੱਖਣ ਦੀ ਗੱਲ ਕਰਕੇ ਹਟੇ ਹਾਂ। ਜਿਵੇਂ ਜਿਵੇਂ ਸਪੋਜ਼ ਕਿ ਤੁਹਾਡੇ ਮਨ ਦੇ ਵਿੱਚ ਡਰ ਹੈਗਾ ਵੀ ਉੱਥੋਂ ਮੈਂ ਲੰਘਣਾ ਘੋੜੇ ਨੂੰ ਲੈ ਕੇ, ਮੈਨੂੰ ਲੱਗਦਾ ਮੇਰਾ ਘੋੜਾ ਕਿਤੇ ਡਰ ਨਾ ਜਾਵੇ। ਜੋ ਤੁਸੀਂ ਉੱਪਰੋਂ ਟਾਈਟ ਹੋਣਾ ਸ਼ੁਰੂ ਕਰਦੇ, ਤੁਹਾਡੇ ਮਤਲਬ ਦਿਲ ਦੀ ਧੜਕਣ ਵੱਧਣੀ ਸ਼ੁਰੂ ਹੋਏਗੀ, ਉਵੇਂ ਘੋੜੇ ਨੂੰ ਪਤਾ ਲੱਗ ਜੂ ਵੀ ਅੱਗੇ ਕੁਛ ਨਾ ਕੋਈ ਚੀਜ਼ ਹੈਗੀ, ਮੇਰੇ ਉੱਪਰਲਾ ਜਿਹੜਾ ਸਵਾਰ ਆ ਉਹ ਡਰੀ ਜਾਂਦਾ ਹੈਗਾ। ਬਾਕੀ ਆਪਾਂ ਪੁਰਾਣੇ ਸੁਣਦੇ ਆਏ ਹਾਂ ਜਿਹੜੀਆਂ ਅਰਥਕੁਇਕਾਂ ਦੀਆਂ ਗੱਲਾਂ ਹੈਗੀਆਂ, ਘੋੜੇ ਨੂੰ 3 ਦਿਨ ਪਹਿਲਾਂ ਪਤਾ ਲੱਗ ਜਾਂਦਾ ਇਹ ਚੀਜ਼ਾਂ। ਆਈ ਥਿੰਕ ਇਹ ਹੈਗੀਆਂ ਨੇ ਕੋਲ ਥੋੜ੍ਹਾ ਘੋੜਾ ਮਤਲਬ ਸਟੇਬਲ ਦੇ ਵਿੱਚ ਥੋੜ੍ਹਾ ਹਾਈਪਰ ਐਕਟਿਵ ਹੋ ਜਾਂਦਾ ਹੈਗਾ। ਹੌਰਸ ਸੈਂਸ ਤਾਂ ਹੈਗੀ ਆ। ਹਾਂਜੀ, ਇਹਦਾ ਨਾਂ ਹੀ ਮੇਰੇ ਖਿਆਲ ਹੌਰਸ ਸੈਂਸ ਆ। ਆਈ ਥਿੰਕ ਸੋ। ਹਾਂਜੀ। ਹਾਂ, ਸੋ ਤੁਸੀਂ ਮਹਿਸੂਸ ਕੀਤੀ ਹੈ ਵੀ ਹੌਰਸ ਸੈਂਸ ਹੈਗੀ ਆ। ਸਵਾਰ ਤੋਂ ਬਿਨਾਂ ਵੀ ਬਾਹਰਲੀਆਂ ਚੀਜ਼ਾਂ ਭਾਂਪ ਲੈਂਦਾ ਘੋੜਾ ਪਹਿਲਾਂ? ਹਾਂਜੀ, ਜਿਵੇਂ ਕੋਈ ਚੀਜ਼ ਅੱਗੇ ਪਈ ਹੋਵੇ ਜਾਂ ਕੁਛ ਹੋਣ ਵਾਲਾ ਹੋਵੇ, ਥੋੜ੍ਹਾ ਜਿਹਾ ਉਹ ਜਿਵੇਂ ਹਾਈਪਰ ਐਕਟਿਵ ਜਿਹਾ ਹੋ ਜਾਂਦਾ ਸਟੇਬਲ ਦੇ ਵਿੱਚ, ਜਿਵੇਂ ਅੱਗੇ ਪਿੱਛੇ ਨੂੰ ਤੁਰੀ ਜਾਂਦਾ ਤੇਜ਼, ਜਿਵੇਂ ਅੱਚ ਵੀ ਕਹਿ ਸਕਦੇ ਆਪਾਂ ਪੰਜਾਬੀ 'ਚ, ਅੱਚ ਵੀ ਕਰਨ ਲੱਗ ਜਾਂਦਾ ਘੋੜਾ। ਤੁਹਾਨੂੰ ਪਤਾ ਲੱਗ ਜਾਂਦਾ ਫਿਰ? ਹਾਂਜੀ, ਫਿਰ ਉਹਦਾ ਕੋਈ ਨਾ ਕੋਈ ਇੰਤਜ਼ਾਮ ਕੀਤਾ ਜਾਏ। ਕੋਈ ਫਿਰ ਮਾੜਾ ਮੋਟਾ ਦੇਖਣਾ ਪੈਂਦਾ ਵੀ ਕਿਹੜੀ ਚੀਜ਼ ਇਹਨੂੰ ਮਤਲਬ ਬੋਦਰ ਕਰ ਰਹੀ ਹੈਗੀ ਆ, ਜਿਹੜੀ ਆਪਣੀ ਮਤਲਬ ਜਿਵੇਂ ਅੱਖਾਂ ਤੋਂ ਪਤਾ ਲੱਗ ਜਾਵੇ। ਕਿੰਨੇ ਸਾਲ ਦਾ ਹੋ ਕੇ ਵਿਛੇਰਾ ਜਿਹੜਾ ਉਹ ਘੋੜਾ ਬਣ ਜਾਂਦਾ ਤੇ ਰਾਈਡ ਦੇ ਕਾਬਲ ਹੋ ਜਾਂਦਾ? ਇਹ ਚੀਜ਼ ਹੈਗੀ ਬਰੀਡ ਦੇ ਉੱਪਰ ਡਿਪੈਂਡ ਕਰਦੀ। ਜਿਵੇਂ ਜਿਹੜੇ ਹੈਗੇ ਨੇ ਵਾਰਮ ਬਲੱਡਸ ਨੇ, ਇਹ ਅਰਾਊਂਡ ਆਪਾਂ ਨੂੰ 5 ਸਾਲ ਦੇ ਮਤਲਬ ਪ੍ਰੋਪਰ ਡਿਵੈਲਪ ਹੋ ਕੇ 4 ਤੋਂ 5 ਸਾਲ ਦੇ ਚੜ੍ਹਨ ਲੱਗ ਗਏ ਨੇ। ਜਿਹੜੇ ਥਾਰੋਬਰਡਸ ਨੇ ਇਹਨਾਂ ਨੂੰ ਆਪਾਂ 2 ਸਾਲ ਤੇ ਜਿਵੇਂ 1.5 ਸਾਲ ਤੇ ਚੜ੍ਹਨਾ ਸ਼ੁਰੂ ਕਰ ਦਿੰਦੇ ਹਾਂ। ਜਿਵੇਂ ਆਪਣੇ ਜਿਹੜੇ ਦੇਸੀ ਘੋੜੇ ਨੂੰ ਆਪਾਂ 3 ਸਾਲ ਤੇ ਚੜ੍ਹਨਾ ਸ਼ੁਰੂ ਕਰ ਦਿੰਦੇ, ਜਾਂ ਕਈ ਵਾਰ ਪਹਿਲਾਂ ਵੀ ਕਰ ਦਿੰਦੇ। ਉਹ ਤਾਂ ਹਰੇਕ ਦੀ ਮਤਲਬ ਜਿਹੜਾ ਉਹਦਾ ਟ੍ਰੇਨਰ ਹੈਗਾ, ਜਿਹੜਾ ਓਨਰ ਆ, ਉਹ ਸ਼ੁਰੂ। ਪਰ ਜਿਵੇਂ ਇੱਥੇ ਆਪਾਂ ਕਹਿ ਲਈਏ ਇੱਥੇ ਟ੍ਰੇਨਿੰਗ ਡੇ 1 ਤੋਂ ਸ਼ੁਰੂ ਹੋ ਜਾਂਦੀ ਹੈ ਘੋੜਿਆਂ ਦੀ। ਜਦੋਂ ਘੋੜਾ ਜੰਮਦਾ ਹੈਗਾ ਅਤੇ ਜਿਵੇਂ ਉਹਨੂੰ ਹਿਊਮਨਸ ਦੇ ਨਾਲ ਉਹਨੂੰ ਇੰਟਰੈਕਸ਼ਨ ਸ਼ੁਰੂ ਕਰਦੇ। ਜਿਵੇਂ ਜਦੋਂ ਘੋੜਾ ਜੰਮਿਆ ਹਜੇ ਬਸ਼ੇਰਾ ਜਾਂ ਬਸ਼ੇਰੀ ਹੋਈ ਆ, ਉਹਨੂੰ ਤੁਸੀਂ ਆਪਣੇ ਮਤਲਬ ਬੁੱਕਲ 'ਚ ਲੈ ਕੇ ਬੈਠੋ, ਜਾਂ ਘੋੜੀ ਜਿਹੜਾ ਤੁਹਾਡਾ ਓਨਰ ਆ ਉਹਦੇ ਕੋਲ ਜਾਣ ਦਿੰਦੀ ਆ, ਉਹਨਾਂ ਫਿਰ ਉਹਦੀ ਇੱਕ ਤਰ੍ਹਾਂ ਦੀ ਇੰਟਰੋਡਕਸ਼ਨ ਹੋ ਜਾਂਦੀ ਹੈ ਹਿਊਮਨਸ ਦੇ ਨਾਲ। ਤੁਸੀਂ ਇੱਥੋਂ ਦੇ ਘੋੜੇ ਨੋਟਿਸ ਕਰੋਗੇ ਉਹ ਜ਼ਿਆਦਾ ਲੱਤਾਂ ਨਹੀਂ ਮਾਰਦੇ, ਜ਼ਿਆਦਾ ਦੰਦੀਆਂ ਨਹੀਂ ਵੱਢਦੇ, ਸੇਫ ਨੇ ਘੋੜੇ ਜ਼ਿਆਦਾ ਐਜ਼ ਕੰਪੇਅਰ ਟੂ ਆਪਣੇ ਪੰਜਾਬ ਵਾਲੇ ਕਹਿ ਲਈਏ। ਅਤੇ ਤਾਂ ਹੀ ਜਦੋਂ ਮਤਲਬ ਸ਼ੁਰੂ ਤੋਂ ਡੇ 1 ਤੋਂ ਜਦੋਂ ਤੁਸੀਂ ਉਹਨੂੰ ਮਤਲਬ ਆਪਣੇ ਨਾਲ ਉਹਦੇ ਹੱਥ ਵਗੈਰਾ ਫੇਰਿਆ, ਇਹਨੂੰ ਜੱਫੀ 'ਚ ਲੈਤਾ, ਉਹਦੀ ਮਤਲਬ ਇੱਕ ਉਹ ਟੈਨਸ਼ਨ ਵਾਲੀ ਗੱਲ ਜਿਹੜੀ ਸੀਗੀ ਹਿਊਮਨ ਨਾਲੋਂ ਦੂਰ। ਉਸ ਤੋਂ ਬਾਅਦ ਫਿਰ ਐਵੇਂ ਉਹਨੂੰ ਤੋਰਨਾ ਕਿਵੇਂ, ਤੁਸੀਂ ਹੌਲੀ ਹੌਲੀ ਹਾਲਟਰ ਜਿਹੜਾ ਮੂੰਹ 'ਤੇ ਪਾਉਣੇ ਹੋ ਉਹਦੇ ਨਾਲ, ਜਿਵੇਂ ਜਦੋਂ ਤੁਰਨ ਜੇ ਲੱਗ ਗਿਆ ਜਿਵੇਂ ਮਹੀਨੇ 1.5 ਮਹੀਨੇ ਬਾਅਦ ਉਹ ਚੀਜ਼ ਸ਼ੁਰੂ ਕਰ ਦਿੰਦੇ ਹੋ ਹੌਲੀ ਹੌਲੀ। ਤਾਂ ਹੀ ਫਿਰ ਘੋੜੇ ਜਿਵੇਂ ਜਿਵੇਂ ਉਹਦੀ ਡਿਵੈਲਪ ਹੁੰਦੀ ਰਹਿੰਦੀ, ਉਹਦਾ ਦਿਮਾਗ ਵੀ ਉਵੇਂ ਉਵੇਂ ਚੀਜ਼ਾਂ ਮਤਲਬ ਅਬਜ਼ੋਰਬ ਕਰਨਾ ਸ਼ੁਰੂ ਕਰ ਦਿੰਦਾ। ਟ੍ਰੇਨੇਬਲ ਕਰ ਲੈਂਦੇ ਸੀ ਘੋੜੇ ਨੂੰ ਮੈਂ ਡੇ 1 ਤੋਂ, ਵੀ ਮੈਂ ਇਹਦੀ ਸੁਣਦੀ ਹਾਂ ਬੇਸਿਕਲੀ। ਮੈਂ ਦੇਖਿਆ ਵੀ ਘੋੜੇ ਜਿਹੜੇ ਘੋੜੀਆਂ ਖਾਸ ਮੈਂ ਘਰੇ ਦੇਖਿਆ ਵੀ ਉਹਨੂੰ ਭੋਹ ਜਾਂ ਟਾਂਗਰ ਟੂੰਗਰ ਪਾਉਂਦੇ ਸੀ ਮੂੰਗਫਲੀ ਦਾ, ਉਹ ਬੈਠਦੇ ਨਹੀਂ ਸੀ, 3 ਲੱਤਾਂ 'ਤੇ ਖੜ੍ਹੇ ਹੋ ਜਾਂਦੇ ਸੀ। ਸੌਂਦੇ ਵੀ ਆ ਘੋੜੇ? ਹਾਂਜੀ ਹਾਂਜੀ, ਸੌਂਦੇ। ਇਹ ਵੀ ਇੱਕ ਮਿੱਥੀ ਹੈ, ਘੋੜਾ ਬੈਠਦਾ ਨਹੀਂ ਕਦੇ, ਇੱਦਾਂ ਨਹੀਂ ਹੁੰਦਾ। ਘੋੜਾ ਰਾਤ ਨੂੰ ਬੈਠ ਵੀ ਜਾਂਦਾ, ਸੌਂ ਵੀ ਜਾਂਦਾ। ਅਤੇ ਮਤਲਬ ਪ੍ਰੋਪਰ ਜਿਵੇਂ ਆਪਣਾ ਹੈਡ ਡਾਊਨ ਕਰਕੇ, ਜਿਵੇਂ ਆਪਾਂ ਕਹਿੰਦੇ ਵੀ ਲੱਤਾਂ ਨਸਾਲ ਕੇ ਪੂਰਾ ਨਜ਼ਾਰਾ ਵੀ ਲੈ ਜਾਂਦਾ ਰਾਤ ਨੂੰ ਹੀ। ਅੱਛਾ। ਹਾਂਜੀ ਹਾਂਜੀ। ਅਤੇ ਖੁਰਾਕ ਜਿਹੜੀ ਘੋੜਿਆਂ ਦੀ ਆ, ਇਸ ਦੇ ਬਾਰੇ ਤੁਸੀਂ ਕੀ ਨਤੀਜਾ ਕੱਢਿਆ ਕਿ ਕਿਹੋ ਜਿਹੀ ਖੁਰਾਕ ਹੋਣੀ ਚਾਹੀਦੀ ਹੈ? ਕਿੰਨੀ ਦੇਰ ਬਿਨਾਂ ਖੁਰਾਕ ਤੋਂ ਸਾਰ ਸਕਦਾ? ਨਹੀਂ, ਖੁਰਾਕ ਤਾਂ ਘੋੜੀ ਦੀ ਰੈਗੂਲਰ ਚਾਹੀਦੀ ਹੈਗੀ ਹੈ ਬੇਸਿਕਲੀ। ਇਹ ਚੀਜ਼ ਹੈਗੀ ਹੈ ਤੁਹਾਡੀ ਟ੍ਰੇਨੇਬਲ, ਵੀ ਕਿੰਨਾ ਤੁਸੀਂ ਘੋੜੇ ਤੋਂ ਕੰਮ ਕਿੰਨਾ ਲੈ ਰਹੇ ਹੋ।
ਜਿਵੇਂ ਆਪਣੇ ਮੈਨੂੰ ਲੱਗਦਾ ਇੰਡੀਆ ਦੇ ਵਿੱਚ ਘੋੜਿਆਂ ਨੂੰ ਓਵਰਫੈਡ ਘੋੜੇ ਨੇ ਜ਼ਿਆਦਾ, ਕਿਉਂਕਿ ਘੋੜੇ ਆਪਣੇ ਉੱਥੇ ਚੜ੍ਹਦੇ ਲੋਕੀ ਘੱਟ ਨੇ ਜਾਂ ਰੈਗੂਲਰ ਨਹੀਂ ਚੜ੍ਹਦੇ ਹੈਗੇ। ਲੋਨ ਔਰਨਾਮੈਂਟ ਨੂੰ ਜ਼ਿਆਦਾ ਸ਼ੋਅ ਪੀਸ ਜ਼ਿਆਦਾ ਘੋੜੇ ਉੱਥੇ। ਉਹ ਜਿਵੇਂ ਜਿਹੜੇ ਨੂੰ ਆਪਾਂ ਇੱਥੇ ਜਮੀ ਨਹੀਂ ਚੜ੍ਹਦੇ, ਆਪਾਂ ਨੂੰ ਅਰਾਊਂਡ 15,000 ਕੈਲਰੀਜ਼ ਦਿੰਦੇ ਹਾਂ ਜੀ, ਜਿੱਥੇ ਆਪਾਂ ਨੇ ਮਤਲਬ ਮਾਈਲਡ ਚੜ੍ਹਦੇ ਹਾਂ ਉਹ 'ਤੇ ਅਰਾਊਂਡ ਕਹਿ ਲਓ ਵੀ 22 ਤੋਂ 25,000 ਕੈਲਰੀਜ਼ ਪਰ ਡੇ। ਉਦੋਂ ਜਿਹੜੇ ਪ੍ਰੋਪਰ ਮਤਲਬ ਆਪਾਂ ਜੰਪਿੰਗ ਵਗੈਰਾ ਕਰਦੇ ਹਾਂ ਅਤੇ ਕੰਪੀਟੀਸ਼ਨਸ ਕਰਦੇ, ਉਹਨਾਂ ਦੀ ਅਰਾਊਂਡ 33,000 ਮਤਲਬ ਪ੍ਰੋਪਰ ਕੈਲਰੀਜ਼ ਚਾਹੀਦੀਆਂ ਉਹਨਾਂ ਦੇ। ਫਿਰ ਆਪਣੇ ਨਿਊਟ੍ਰੀਸ਼ਨ ਪਲਾਨਸ ਵਗੈਰਾ ਅਤੇ ਹੋਰ ਸਾਰਾ ਨਿਊਟ੍ਰੀਸ਼ਨ ਪਲੈਨਰ ਮਤਲਬ ਸਾਰਾ ਤਾਮ-ਜਾਮ ਫਿਰ ਵਿੱਚ ਨਾਲ ਆ ਜਾਂਦਾ ਉਹਦੇ 'ਚ, ਤਾਂ ਫਿਰ ਉਹ ਤਾਂ ਬਹੁਤ ਵੱਡਾ ਟੀਮ ਵਰਕ ਹੋ ਜਾਂਦਾ ਜੀ ਉੱਥੇ ਤੱਕ। ਸੋ 1 ਹਾਰਸ ਪਾਵਰ ਮੋਟਰ ਆ ਜਿਹੜੀ ਉਹ ਇੱਕ ਘੋੜੇ ਦੇ ਬਰਾਬਰ ਹੁੰਦੀ ਹੈ, ਜਾਂ ਕਿ ਇੱਕ ਘੋੜੇ 'ਚ ਤਾਂ ਮੇਰਾ ਖਿਆਲ ਮੈਨੂੰ ਤਾਂ ਐਂ ਲੱਗਦਾ ਵੀ ਕਈ ਹਾਰਸ ਪਾਵਰ ਦੀ ਮੋਟਰ ਹੁੰਦੀ ਹੋਣੀ ਜਿਹੜੀ ਉਹਦੇ ਬਰਾਬਰ ਦੀ ਤਾਕਤ ਹੁੰਦੀ ਉਹਦੇ 'ਚ। ਇਹਦੇ ਬਾਰੇ ਤਾਂ ਹੁਣ ਮੈਨੂੰ ਜ਼ਿਆਦਾ ਨਹੀਂ ਪਤਾ ਹੈਗਾ ਜੀ ਵੀ ਕੀ ਇਹ ਕਿੱਦਾਂ ਇਹ ਮੈਜਰ ਕਰਦੇ ਆ, ਕੀ ਕਰਦੇ ਆ। ਆਪਾਂ ਵੀ ਮਤਲਬ ਹੋਈ ਆ ਹੁਣ ਸੁਣ ਆਪਾਂ ਵੀ ਹਾਰਸ ਪਾਵਰ ਕਹਿਣ ਲੱਗ ਗਏ। ਅਖੀਰ ਸਾਡੇ ਸੁਣਨ ਵਾਲਿਆਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ? ਮੈਂ ਅਖੀਰ ਦੇ ਵਿੱਚ ਇਹੀ ਕਹਿਣਾ ਚਾਹੂੰਗਾ ਵੀ ਆਪਣੇ ਜਿਹੜੇ ਸ਼ੌਂਕ ਨੇ ਇੰਡੀਆ ਤੋਂ ਜਿਹੜੇ ਹੈਗੇ ਨੇ ਉਹਨਾਂ ਨੂੰ ਇੱਥੇ ਆਪਾਂ ਲੈ ਕੇ ਆਉਣੇ ਆ। ਉਹਨਾਂ ਨੂੰ ਮਤਲਬ ਕੋਈ ਵੀ ਸ਼ੌਂਕ ਹੋਵੇ ਬੇਸਿਕਲੀ ਵੀ ਜਿਹੜਾ ਕੁਛ ਵੀ ਆਪਾਂ ਜਾਂ ਇੰਡੀਆ ਕੀਤਾ ਹੈਗਾ ਆਪਾਂ ਨੂੰ ਇੱਥੇ ਆ ਕੇ ਮਤਲਬ ਮਾਰੋ ਨਾ, ਕੰਟੀਨਿਊ ਰੱਖੋ। ਅਤੇ ਹੌਲੀ ਹੌਲੀ ਬੰਦਾ ਜਿਵੇਂ ਮਿਹਨਤ ਕਰਦਾ ਰਹੂਗਾ ਅੱਗੇ ਵੱਧਦਾ ਰਹੂ ਵੀ ਮੰਜ਼ਿਲ ਮਿਲ ਜਾਂਦੀ ਹੈ ਹੌਲੀ ਹੌਲੀ। ਮਤਲਬ ਪੋਜ਼ੀਟਿਵ ਰਹਿਣਾ ਚਾਹੀਦਾ ਬੇਸਿਕਲੀ। ਨੌਜਵਾਨਾਂ ਨੂੰ ਜੇ ਮੇਰਾ ਖਿਆਲ ਘੋੜਸਵਾਰੀ ਦਾ ਸ਼ੌਕ ਪਾਇਆ ਜਾਏ ਹਾਂਜੀ ਤਾਂ ਉਹ ਬਾਕੀ ਦੀਆਂ ਇਲਤਾਂ ਤੋਂ ਵੀ ਫਿਰ ਦੂਰ ਰਹਿੰਦੇ ਆ। ਹਾਂਜੀ, ਫਿਰ ਉਹੀ ਆਕੂਪਾਈਡ ਰਹਿੰਦੇ ਹੈਗੇ ਜ਼ਿਆਦਾ। ਇੱਕ ਇੱਥੇ ਟ੍ਰੇਨਿੰਗ ਮੇਰੇ ਕੋਲ ਕਰਦੀ ਹੁੰਦੀ ਸੀਗੀ, ਛੋਟੀ ਗੋਰੀ ਸੀਗੀ ਬੱਚੀ, ਉਹਦੇ ਡੈਡੀ ਨਾਲ ਮੈਂ ਗੱਲ ਕਰਦਾ ਸੀਗਾ ਜੀ। ਉਹ ਕਾਫੀ ਇੱਥੇ ਡਿਵੈਲਪਰਸ ਨੇ, ਉਹ ਡਾਊਨ ਟਾਊਨ ਦੇ ਵਿੱਚ ਉਹ ਕਰਦੇ ਜ਼ਿਆਦਾ ਡਿਵੈਲਪਮੈਂਟਸ, ਟਾਲ ਬਿਲਡਿੰਗ ਸੀ। ਉਹ ਕਹਿੰਦੇ ਮੈਨੂੰ ਪੁੱਛਦੇ ਮੈਂ ਤੁਸੀਂ ਇੱਧਰ ਕਿਹੜੇ ਚੱਕਰਾਂ 'ਚ ਪੈ ਗਏ ਹੈ ਨਾ, ਵੀ ਤੁਸੀਂ ਇੰਨਾ ਤੁਹਾਡੇ ਕੋਲ ਪੈਸਾ ਹੈਗਾ। ਉਹ ਕਹਿੰਦੇ ਸਾਡਾ ਵੀ ਮੇਰਾ ਮੇਨ ਮਕਸਦ ਹੈਗਾ ਵੀ ਇਹ ਇੱਥੇ ਆਕੂਪਾਈਡ ਰਹੇ ਬੇਸਿਕਲੀ, ਵੀ ਹੋਰ ਚੀਜ਼ਾਂ ਤੋਂ ਬਾਹਰ ਜਿਵੇਂ ਨਸ਼ੇ ਪੱਤਿਆਂ ਪਾਰਟੀਜ਼ ਤੋਂ ਇੰਨਾ ਦੂਰ ਰਹੇ, ਵੀ ਇਹਦੀ ਮਤਲਬ ਕਾਇੰਡਨੈਸ ਆਊਗੀ ਜਿਵੇਂ ਘੋੜੇ ਨਾਲ, ਜਿਵੇਂ ਤੁਹਾਡੇ ਬਿਲਕੁਲ ਬਾਡੀ ਵਾਸਤੇ ਮਤਲਬ ਕਾਫੀ ਵਧੀਆ ਰਹਿੰਦਾ ਡਿਵੈਲਪਮੈਂਟ ਵਾਸਤੇ। ਮਤਲਬ ਇੱਥੇ ਉਹਨੂੰ ਆਪਦਾ ਹੱਥੀਂ ਕੰਮ ਕਰਨ ਦਾ ਜਿਵੇਂ ਵੀ ਰਿਸਪੋਂਸੀਬਲ ਹੋ ਜੂਗੀ, ਜਿਵੇਂ ਐਵਰੀ ਡੇ ਘੋੜੇ ਕੋਲ ਜਾਣਾ, ਵੀ ਮੈਂ ਉੱਥੇ ਆ ਕੇ ਉਹਨੂੰ ਸਾਫ਼ ਕਰਨਾ, ਉੱਥੇ ਬਰੱਸ਼ ਕਰਨਾ, ਉਹਨੂੰ ਗਰੂਮ ਕਰਨਾ, ਹੋਰ ਸਾਰਾ ਕੁਝ। ਪਰ ਜਿਵੇਂ ਵੀ ਇਹ ਘੋੜੇ ਨਾਲ ਟਾਈਮ ਸਪੈਂਡ ਕਰੂਗੀ ਵੀ ਉਵੇਂ ਇਹਦੀ ਮਤਲਬ ਵਧੀਆ ਕਾਇੰਡਨੈਸ ਦੇਖੂ, ਕੰਪੈਸ਼ਨੇਟ ਹੋ। ਕਈ ਵਾਰ ਘੋੜਾ ਲੱਤ ਜਾਂ ਕੁਛ ਨਾ ਵੀ ਪੁੱਠੀ ਸਿੱਧੀ ਗੱਲ ਕਰਦਾ ਹੈਗਾ, ਵੀ ਉਹਦੇ ਨਾਲ ਉਹਦਾ ਜਿਵੇਂ ਉਹਨੂੰ ਕਿਵੇਂ ਟੈਕਲ ਕਰਨਾ ਹੈਗਾ, ਇਹੋ ਜਿਹੀਆਂ ਚੀਜ਼ਾਂ। ਅਤੇ ਬਾਕੀ ਮਤਲਬ ਐਕਸਰਸਾਈਜ਼ ਤਾਂ ਹੈਗੀ ਹੈ ਜੀ, ਲਾਈਫ ਸਟਾਈਲ ਬਣ ਜਾਂਦਾ ਬਾਅਦ ਦੇ ਵਿੱਚ, ਤਾਂ ਫਿਰ ਬੰਦੇ ਨੂੰ ਹੋਰ ਚੀਜ਼ਾਂ ਬਾਰੇ ਜ਼ਿਆਦਾ ਰਹਿੰਦਾ ਹੀ ਨਹੀਂ ਹੈਗਾ। ਵੈਰੀ ਗੁੱਡ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਭੁੱਲਰ ਸਾਹਿਬ। ਵਤਨਦੀਪ ਸਿੰਘ ਭੁੱਲਰ, ਤੁਸੀਂ ਇਹ ਬਹੁਤ ਵਧੀਆ ਕੰਮ ਕਰ ਰਹੇ ਹੋ, ਜਿਹੜੀ ਟ੍ਰੇਨਿੰਗ ਦੇ ਰਹੇ ਹੋ। ਅਤੇ ਉਮੀਦ ਕਰਦੇ ਤੁਹਾਡਾ ਸੁਪਨਾ ਪੂਰਾ ਹੋਵੇ ਕਿ ਤੁਹਾਡਾ ਆਪਣਾ ਸਟੇਬਲ ਹੋਵੇ। ਥੈਂਕ ਯੂ। ਥੈਂਕ ਯੂ ਸੋ ਮਚ ਜੀ, ਥੈਂਕ ਯੂ ਫॉर ਹੈਵਿੰਗ ਮੀ। ਵਤਨਦੀਪ ਸਿੰਘ ਭੁੱਲਰ ਜਿਹੜੇ ਕਿ ਘੋੜ ਸਵਾਰ ਹਨ ਅਤੇ ਘੋੜੇ ਦੀ ਟ੍ਰੇਨਿੰਗ ਦਿੰਦੇ ਨੇ ਔਰ ਲੰਬੇ ਸਮੇਂ ਤੋਂ ਘੋੜ ਸਵਾਰੀ ਕਰਦੇ ਰਹੇ ਨੇ। Red FM